तू पंच आप पावा। जन नानक सतगुर मेले आपे, हर आपे झगर चुकावा। वाहिगुरु जी का खालसा, वाहिगुरु जी की फतेह। गुरु सवारी साध संगत जीओ, वडभागी हो। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਲਾਹਾ ਖੱਟ ਰਹੇ ਹੋ। ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਘਰ ਦੇ ਕੀਰਤੀਆਂ ਨੇ ਆਪ ਜੀ ਨੂੰ ਨਿਰਮਲ ਮਨੋਹਰ ਕੀਰਤਨ ਸਰਵਣ ਕਰਾਇਆ ਹੈ। ਰਾਗੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਇਹਨਾਂ ਨੂੰ ਸਦਾ ਚੜ੍ਹਦੀਆਂ ਕਲਾ 'ਚ ਰੱਖੇ, ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹਿਣ। ਹੁਣ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣਗੇ। ਵਿਚਾਰਾਂ ਸਰਵਣ ਕਰੋ, ਗੁਰੂ ਉਪਦੇਸ਼ ਸਰਵਣ ਕਰੋ, ਹਿਰਦਿਆਂ ਵਿੱਚ ਵਸਾਓ। ਮਹਾਰਾਜ ਬਖਸ਼ਿਸ਼ਾਂ ਕਰੇ, ਸਾਹਿਬਾਂ ਦੇ ਉਪਦੇਸ਼ ਸੰਗਤਾਂ ਦੇ ਹਿਰਦਿਆਂ ਵਿੱਚ ਵਸ ਜਾਣ। ਸਾਹਿਬਾਂ ਦੇ ਉਪਦੇਸ਼ਾਂ 'ਤੇ ਚੱਲਣ ਦੀ ਸਮਰੱਥਾ ਬਖਸ਼ੇ। ਹੁਣ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਵਿਚਾਰਾਂ ਸਾਂਝ ਕਰਨਗੇ। ਵਿਚਾਰਾਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਮਧਸੂਦਨ ਮੇਰੇ ਮਨ ਤਨ ਪ੍ਰਾਣਾ, ਹਉ ਹਰ ਬਿਨ ਦੂਜਾ ਅਵਰ ਨਾ ਜਾਣਾ। ਕੋਈ ਸੱਜਣ ਸੰਤ ਮਿਲੈ ਵਡ ਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੈ ਜਿਉ। ਹਉ ਮਨ ਤਨ ਖੋਜੀ ਭਾਲ ਭਲਾਈ, ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜਿਉ। ਮਿਲ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜਿਉ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪ ਹੈ ਸੁਆਮੀ, ਮਾਨਸ ਕੀ ਗਤ ਇਹੀ। ਬਦਬਖਤ ਹਮ ਚੂੰ ਬਖੀਲ ਗਾਫਲ, ਬੇਨਜ਼ਰ ਬੇਬਾਕ। ਨਾਨਕ ਬੁਗੋਇਤ ਜਨ ਤੁਰਾ, ਤੇਰੇ ਚਾਕਰਾਂ ਪਾਖਾਕ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਨਮਾਨਯੋਗ ਸਤਸੰਗੀ ਜਨੋ, ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ। ਅੱਜ ਤੀਸਰਾ ਦਿਨ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਲਗਾਤਾਰ ਹੁਕਮ ਉਹਨਾਂ ਦੀ ਹੀ ਮੁਕੱਦਸ ਬਾਣੀ ਤੋਂ ਆ ਰਿਹਾ। ਪਿਛਲੇ 2 ਦਿਨ ਜੈਤਸਰੀ ਰਾਗ ਦੇ ਵਿੱਚ 2 ਹੁਕਮ ਅਸੀਂ ਵਿਚਾਰੇ। ਪਹਿਲਾ ਉਚਾਰਿਆ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਕੱਲ ਵੀ ਹੁਕਮਨਾਮਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਕੱਦਸ ਬਾਣੀ ਦਾ ਸੀ। ਸਤਿਗੁਰ ਜੀ ਨੇ ਇਹੀ ਸਮਝਾਇਆ ਕਿ ਜੇ ਅੰਦਰ ਸੱਚ ਨਹੀਂ ਵਸਿਆ ਤੇ ਬਾਹਰੋਂ ਪ੍ਰਪੰਚ ਕਰਨ ਦਾ ਕੋਈ ਫਾਇਦਾ ਨਹੀਂ। ਔਰ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਜੀ ਸਿੱਖ ਦੇ ਗੁਣ, ਬੰਦਗੀ ਕਰਨ ਵਾਲਿਆਂ ਦੇ ਗੁਣ ਦੱਸਦੇ ਨੇ। ਜਿਹੜਾ ਵਿਸ਼ਾ ਅਸੀਂ ਤੋਰਿਆ ਹੋਇਆ, ਮੈਂ ਬਿਨ ਗੁਰ ਦੇਖੈ ਨੀਂਦ ਨਾ ਆਵੈ, ਇਸ ਵਿਸ਼ੇ ਨੂੰ ਅਗਾਂਹ ਤੋਰੀਏ। ਨਾਲ ਹੀ ਇਸ ਸ਼ਬਦ ਦੀ ਵਿਚਾਰ ਜਿੰਨਾ ਕੁ ਸਮਾਂ ਦਾਸ ਦੀ ਝੋਲੀ ਪਿਆ, ਸਮੇਂ ਦੇ ਵਿੱਚ ਰਹਿੰਦਿਆਂ ਕਰੀਏ। ਆਓ ਸੁਭਾਗੀ ਨੀਂਦੜੀਏ, ਮਤ ਮੈਂ ਦੇਖਾਂ ਸ਼ੋਅ, ਮਤ ਸ਼ੋਂ ਦੇਖਾ ਸੋਏ। ਮੈਂ ਆਪਣੇ ਸ਼ੋਅ ਨੂੰ ਕਿੱਥੇ ਦੇਖ ਲਾਂ, ਮੈਂ ਆਪਣੇ ਪ੍ਰਭੂ ਨੂੰ। ਇਸ ਸੁਭਾਗੀ ਨੀਂਦ ਦੇ ਵਿੱਚ, ਇਸ ਸੁਭਾਗੀ ਐਸੀ ਨੀਂਦ ਜਿਸ ਨੀਂਦ ਵਿੱਚ ਮਨ ਜਾਗ ਜਾਏ, ਪ੍ਰਭ ਮਿਲਣਾ ਕੀ ਇਹ ਨਿਸ਼ਾਨੀ। ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕਹਿ ਪਾਣਾ ਜੀ। ਅਸੀਸ ਬਖਸ਼ੋ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਸਾ ਕੀ ਵਾਰ ਦੀ ਪੌੜੀ ਦੀ ਇਹ ਵਿਚਾਰ ਹੈ। ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਜੇ ਭਾਈ ਸੰਗਤ ਦੇ ਵਿੱਚ ਅਸੀਂ ਆਏ ਹਾਂ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿਨੀ ਖਸਮ ਤੇ ਆਇਆ। ਪਹਿਲੀ ਸ਼ਰਤ ਇਹ ਹੈ ਕਿ ਜੇ ਕਰਮ ਚੰਗੇ ਲਿਖੇ ਗਏ ਨੇ ਤੇ ਤਾਂ ਸੰਗਤ ਦੇ ਵਿੱਚ ਬੈਠ ਕੇ ਗੁਰੂ ਗੁਰੂ ਜਪ ਰਹੇ ਹਾਂ, ਜਾਂ ਘਰ ਬੈਠੇ ਵੀ ਖਸਮ ਨੂੰ ਚੇਤੇ ਕਰ ਰਹੇ ਹਾਂ। ਨਹੀਂ ਤੇ ਬਹੁਤਾ ਸੰਸਾਰ, ਬਹੁਤਾ ਦਿਸਦਾ ਪਸਾਰਾ, ਮਹਾਰਾਜ ਜੀ ਕਹਿੰਦੇ ਤਰਾਹੇ ਤਰਾਹੇ ਹੀ ਹੈ, ਹਾਏ ਹਾਏ ਹੈ। ਕਿਸੇ ਨੂੰ ਕੋਈ ਹੈ, ਕਿਸੇ ਨੂੰ ਕੋਈ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਸੱਚ ਤੋਂ ਬਿਨਾ ਇਹ ਮੈਲ ਲੱਗਣੀ ਲੱਗਣੀ ਹੈ। ਕਿਉਂ ਲੱਗਣੀ ਹੈ? ਮਹਾਰਾਜ ਕਹਿੰਦੇ ਚੌਗਿਰਦਾ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਇਸ ਕਰਕੇ ਲੱਗਣੀ ਹੈ। ਚੌਗਿਰਦੇ ਦੇ ਵਿੱਚ ਕੂੜ ਹੀ ਵਰਤ ਰਿਹਾ, ਝੂਠ ਹੀ ਵਰਤ ਰਿਹਾ। ਤੇ ਕੋਈ ਬਿਰਲਾ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਹੈ ਕਿ ਉਲਟੀ ਵਾੜ ਖੇਤ ਕੋ ਖਾਈ, ਕਿ ਕਿੱਥੇ ਗਿਆ ਇਹ ਸੱਚ, ਕਿੱਥੇ ਚਲਾ ਗਿਆ। ਮਹਾਰਾਜ ਜੀ ਤੇ ਇਹ ਵੀ ਕਹਿੰਦੇ ਹੈ ਕਿ ਨਾ ਸੱਚ ਦਾ ਸੂਰਜ ਹੈ, ਨਾ ਚੰਦਰਮਾ ਹੈ, ਨਾ ਇਹ ਚਾਨਣ ਦਿਸਦਾ ਹੀ ਨਹੀਂ ਕਿੱਥੇ ਗਿਆ। ਹਨੇਰੀ ਰਾਤ ਛਾ ਗਈ ਹੈ ਕੂੜ ਦੀ। ਔਰ ਮਹਾਰਾਜ ਜੀ ਕਹਿੰਦੇ ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਕੋਈ ਇਹ ਸੋਚੇ ਨਾ ਕਿਸਾਨ, ਮੇਰੇ ਕੋਲ ਗਿਣਤੀ ਦੇ 20 ਬੀਜ ਨੇ ਤੇ ਜੇ ਮੈਂ ਇਹਨਾਂ ਨੂੰ ਭੰਨ ਕੇ 40 ਬਣਾ ਲਾਂ, ਇੱਕ ਫਸਲ ਇੱਥੇ ਬੋ ਦਾਂ 20 ਬੀਜਾਂ ਦੀ, ਅੱਧੇ ਤੋੜ ਕੇ ਤੇ ਅੱਧਿਆਂ ਦੀ ਉੱਥੇ ਬੋ ਜਾਂ, ਤੇ ਦੂਣੀ ਫਸਲ ਹੋ ਜਾਏਗੀ। ਮਹਾਰਾਜ ਕਹਿੰਦੇ ਇਸ ਤੋਂ ਮੂਰਖ ਕੋਈ ਨਹੀਂ ਹੋਏਗਾ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ। ਸਿੱਖ ਵੀ ਇਹ ਸੋਚਦਾ। ਚਲੋ ਗੁਰੂ ਘਰ ਵੀ ਮੱਥਾ ਟੇਕ ਆਉਂਦੇ ਆ, ਉੱਥੇ ਵੀ ਉਹ ਆਉਂਦੇ ਆ ਜਿੱਥੇ ਲੋਕ ਕਹਿ ਰਹੇ ਬੀਜ ਤੇ ਦੋ ਟੁਕੜੇ ਹੋ ਗਿਆ, ਇੱਥੇ ਵੀ ਬੋ ਦਿੰਦੇ ਆ ਅੱਧਾ, ਅੱਧਾ ਉੱਥੇ ਵੀ ਬੋ ਆਉਂਦੇ ਆ। ਮਹਾਰਾਜ ਕਹਿੰਦੇ ਅਬ ਕਿਉਂ ਉਗਵੈ ਦਾਲ। ਨਾ ਭਾਈ, ਆ ਜੇ ਇੱਕ ਬੀਜ ਨੂੰ ਦੋ ਫਾੜ ਕਰਤਾ ਤੇ ਸਮਝੋ ਕਿ ਦੋ ਥਾਂ ਤੇ ਤੁਸੀਂ ਬੀਜਣ ਜਾ ਰਹੇ ਹੋ, ਇੱਕ ਵੀ ਨਹੀਂ ਉਗਣਾ। ਜੇ ਇੱਕ ਹੋਏ ਤਾਂ ਉਗਵੇ। ਇੱਥੇ ਸ਼ਰਧਾ ਪੂਰੀ ਚਾਹੀਦੀ। ਸਾਬਤ ਬੀਜ ਇੱਥੇ ਵੀ ਬੋ ਦਿੱਤਾ, ਚਲੋ ਅੱਧਾ ਉੱਥੇ ਬੋ ਆਉਂਦੇ ਆ, ਕੀ ਫਰਕ ਪੈਂਦਾ? ਗੁਰਦੁਆਰੇ ਤੇ ਜਾ ਹੀ ਰਹੇ ਆ ਨਾ, ਸਿੱਖ ਤੇ ਹੈਗੇ ਹੀ ਆ, ਗੁਰੂ ਨੂੰ ਤੇ ਮੰਨ ਹੀ ਰਹੇ ਆ, ਸ਼ਰਧਾ ਤੇ ਗੁਰੂ ਵੱਲ ਹੈ।
ਮਹਾਰਾਜ ਕਹਿੰਦੇ ਇਹ ਭੁਲੇਖਾ ਨਾ ਰੱਖ ਲਿਓ ਕਿ ਬੀਜ ਤੋੜ ਦਿੱਤਾ ਹੈ ਭਾਵਨਾ ਦਾ ਤੇ ਬੀਜ ਪੁੰਗਰ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਜੇ ਇੱਕ ਦਾ ਮਤਲਬ ਕੀ ਹੈ? ਪੂਰਨ ਸ਼ਰਧਾ, ਪੂਰਨ ਪ੍ਰੇਮ, ਪੂਰਨ ਭਾਵਨਾ, ਪੂਰਨ ਅੰਦਰ ਦੀ ਬਿਰਤੀ। ਤੇ ਦੂਸਰੀ ਗੱਲ, ਰੁੱਤੀ ਹੂੰ ਰੁੱਤ ਹੋਏ। ਰੁੱਤ ਦੀ ਗੱਲ ਕੀਤੀ ਮਹਾਰਾਜ ਜੀ ਨੇ। ਬੀਜ ਉਗਣ ਦੀਆਂ ਦੋ ਕੰਡੀਸ਼ਨਸ, ਦੋ ਨਿਸ਼ਾਨੀਆਂ ਨੇ। ਇੱਕ ਤੇ ਬੀਜ ਸਾਬਤ ਬੋਇਆ ਜਾਏ ਤੇ ਦੂਸਰਾ ਰੁੱਤ ਵੇਲੇ ਬੋਇਆ ਜਾਏ। ਇਹ ਨਾ ਹੋਏ ਕਿ ਜਦ ਕਣਕ ਬੋਣ ਦਾ ਵੇਲਾ ਹੋਏ ਤੇ ਝੋਨੇ ਦਾ ਬੀਜ ਕੋਈ ਲਾ ਦੇ, ਉਹ ਸੋਚੇ ਝੋਨਾ ਤੇ ਜੇਠ ਹਾੜ ਤਰਾਟਕੇ ਵਿੱਚ ਹੀ ਹੋਏਗਾ ਤੇ ਵਿਸਾਖ ਦੇ ਵਿੱਚ ਕਣਕ ਹੀ ਵੱਢੀ ਜਾਂਦੀ ਹੈ, ਹੋਰ ਨਹੀਂ। ਸ਼ਰਧਾ ਸਾਡੇ ਮਨ 'ਚ ਹੈ ਨਹੀਂ, ਸ਼ਰਧਾ ਦੁਫਾੜ ਹੋ ਗਈ ਹੈ। ਰੁੱਤ ਕੀ ਹੈ ਜੀ? ਮਹਾਰਾਜ ਕਹਿੰਦੇ ਜਿਸ ਦਿਨ ਕੋਈ ਮੁਸੀਬਤ, ਕੋਈ ਰੁਕਾਵਟ, ਕੋਈ ਦੁੱਖ ਆਏ, ਸਮਝੋ ਰੱਬ ਨੇ ਉਹ ਰੁੱਤ ਦੇ ਦਿੱਤੀ। ਹੋਰ ਰੁੱਤ ਕੋਈ ਨਹੀਂ ਆਉਣੀ। ਪਰ ਕਰੀਏ ਕੀ? ਉਸ ਵੇਲੇ ਮਤ ਕੰਮ ਨਹੀਂ ਦਿੰਦੀ। ਉਸ ਵੇਲੇ ਰੱਬ ਨੂੰ ਉਲਾਮੇ ਹੀ ਦਿੱਤੇ ਜਾਂਦੇ ਆ ਬਸ, ਕਿ ਸਾਡੇ ਨਾਲ ਕਿਉਂ, ਹਾਏ ਕਿਉਂ। ਪਰ ਮਹਾਰਾਜ ਕਹਿੰਦੇ ਇਹ ਵੀ ਤੇ ਸਮਝੋ, ਦੁੱਖ ਦਾਰੂ ਆ ਇੱਕ ਰੁੱਤ ਹੈ। ਦੁੱਖ ਇੱਕ ਦਵਾ ਹੈ ਗੁਰੂ ਦੇ ਲਾਗੇ ਬਹਿਣ ਦੀ। ਇਸ ਤੋਂ ਪਹਿਲਾਂ ਜਿੰਨੇ ਪ੍ਰੇਮ, ਭਾਵ, ਸ਼ਰਧਾ ਅੰਦਰ ਦੀ ਪ੍ਰੀਤ ਨਾਲ ਨਹੀਂ ਧਿਆਇਆ ਨਾ, ਹੁਣ ਧਿਆ ਲਈਏ। ਇਹ ਰੁੱਤ ਹੈ। ਦੁੱਖ ਗੁਰੂ ਘਰ ਦੇ ਵਿੱਚ ਉਲਾਮਾ ਨਹੀਂ ਹੈ। ਦੁੱਖ ਗੁਰੂ ਘਰ ਦੇ ਵਿੱਚ ਕੋਈ ਮਾੜੀ ਦਾਤ ਨਹੀਂ ਹੈ, ਕੋਈ ਭੈੜੀ ਚੀਜ਼ ਨਹੀਂ। ਮਹਾਰਾਜ ਕਹਿੰਦੇ ਇਹ ਤੇ ਦਾਤ ਹੈ। ਕਿਉਂ? ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਨਾਹੀ, ਮਤ ਭਰਮ ਭੂਲੋ। ਸੁਖ ਰੁੱਤ ਨਹੀਂ ਹੈ, ਖਿਮਾ ਬਖਸ਼ਿਓ। ਸੁਖ ਕਦੀ ਵੀ ਰੁੱਤ ਨਹੀਂ ਹੈ, ਕਿਉਂਕਿ ਸੁਖ ਤੇ ਰੋਗ ਹੀ ਹੈ। ਸੁਖ 'ਚ ਮਨ ਬੇਤਾਲਾ ਹੋਇਆ ਪਿਆ, ਬੇਤਾਲਾ, ਇਹਨੂੰ ਬੇਤਾਲ ਆਖਿਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤ। ਬੇਤਾਲੇ ਨੂੰ ਕੀ ਪਤਾ ਕਿਹੜੀ ਚੀਜ਼ ਕਿੱਥੇ ਬਾਉਣੀ ਹੈ। ਪਰ ਜਿਹੜੇ ਇਹ ਵਿਘਨ ਆਈ ਹੈ, ਜਿਹੜਾ ਕੋਈ ਸਤਿਗੁਰ ਨੇ ਇਹ ਇਮਤਿਹਾਨ ਪਾਇਆ ਕਿ ਇਹੀ ਰੁੱਤ ਹੈ, ਕਿਵੇਂ ਸਮਝੀਏ? ਇਹੀ ਰੁੱਤ ਹੈ, ਇਹੀ ਰੁੱਤ ਹੈ। ਔਰ ਇਸ ਰੁੱਤ ਦੇ ਵਿੱਚ ਇੱਕ ਕੰਮ ਕਰੋ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਦ ਸਿੱਖ ਦੇ ਉੱਤੇ ਦੁੱਖ ਆਉਂਦਾ ਹੈ, ਕੱਲਾ ਉਹ ਦੁੱਖ ਹੀ ਬੰਦੇ ਨੂੰ ਤੰਗ ਨਹੀਂ ਕਰਦਾ, ਹੋਰ ਕੀ ਕੁਝ ਤੰਗ ਕਰਦਾ? ਗੁਰੂ ਰਾਮਦਾਸ ਜੀ ਕਹਿੰਦੇ ਆ, ਗੁਣ ਗਾਉਣ ਵਾਲਿਆਂ ਦੇ ਉੱਤੇ, ਇਬਾਦਤ ਕਰਨ ਵਾਲਿਆਂ ਦੇ ਉੱਤੇ ਕਦੀ ਦੁੱਖ ਆਉਂਦਾ, ਮੁਸੀਬਤ ਆਉਂਦੀ ਹੈ, ਕਿ ਕੱਲਾ ਦੁੱਖ ਮੁਸੀਬਤ ਉਹਦਾ ਖਹਿੜਾ ਛੱਡ ਜੇ ਤੇ ਤਾਂ ਵੀ ਗੱਲ ਹੈ। ਪਰ ਜੇ ਕੋਈ ਨਿੰਦ ਕਰੇ ਹਰ ਜਨ ਕੀ, ਕਹਿੰਦੇ ਨਿੰਦਾ ਕਰਨ ਵਾਲੇ ਵੀ ਖੜੇ ਹੋ ਜਾਂਦੇ ਨੇ। ਫਿਰ ਇਹਦਾ ਮਤਲਬ ਕੀ? ਕਹਿੰਦੇ ਫਿਰ ਲੋਕੀ ਖੜੇ ਹੋ ਜਾਂਦੇ, ਕਹਿੰਦੇ ਦੇਖ ਆਇਆ ਵੱਡਾ ਧਰਮੀ। ਬੜੇ ਧਰਮੀ ਕਹਾਉਂਦੇ ਸੀ ਆਪਣੇ ਆਪ ਨੂੰ, ਬੜਾ ਰੱਬ ਰੱਬ ਕਰਦਾ ਸੀ, ਦੇਖ ਹਾਲ ਕੀ ਹੋ ਗਿਆ। ਫਿਰ ਅਕਸਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਿਸ਼ਵਾਸ ਵੱਜ ਜਾਂਦਾ ਹੈ ਕਿ ਜਿਹੜਾ ਧਰਮ ਦੇ ਮਾਰਗ ਤੇ ਚੱਲਦਾ, ਫਿਰ ਉਹਨੂੰ ਦੁੱਖ ਵੀ ਜ਼ਿਆਦਾ ਆਉਂਦਾ, ਬਣਾ ਦਿੱਤਾ ਜਾਂਦਾ, ਬਣਾ ਦਿੱਤਾ ਜਾਂਦਾ। ਸੰਸਾਰ ਇਹ ਬਣਾ ਦਿੰਦਾ। ਗੁਰੂ ਰਾਮਦਾਸ ਜੀ ਕਹਿ ਰਹੇ ਹੈ ਕਿ ਜੇ ਕੋਈ ਹਰੀ ਜਨ ਰਾਮ ਦਾ ਗੁਣ ਗਾ ਰਿਹਾ ਹੈ, ਇਹਦਾ ਮਤਲਬ ਕਿ ਉਹ ਸਕੂਨ ਦੇ ਵਿੱਚ ਆਪਣੇ ਮਨ ਨੂੰ ਰੱਖਣ ਦਾ ਯਤਨ ਤੇ ਕਰ ਰਿਹਾ, ਪਰ ਦੁਨੀਆ ਦੇ ਲੋਕ ਉਹਨੂੰ ਸਕੂਨ ਲੈਣ ਵਾਸਤੇ ਰਾਜ਼ੀ ਨਹੀਂ ਹੋ ਰਹੇ। ਦੁਨੀਆ ਦੇ ਲੋਕ ਉਹਨੂੰ ਛੱਡ ਨਹੀਂ ਰਹੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ, ਇਹਦਾ ਮਤਲਬ ਨਿੰਦਾ ਹੋਈ ਹੈ। ਪਰ ਮਹਾਰਾਜ ਜੀ ਤੁਸੀਂ ਤੇ
ਸਤ ਕਰਤਾਰ ਦੀ ਜੋਤ ਹੋ। ਤੁਸੀਂ ਗੁਣ ਗਾ ਸਕਦੇ ਹੋ, ਪਰ ਅਸੀਂ ਕਿਵੇਂ ਗਾਈਏ? ਅਸੀਂ ਤੇ ਕਲਯੁਗੀ ਹਾਂ, ਅਸੀਂ ਤੇ ਪਾਪੀ ਹਾਂ, ਸਾਡਾ ਮਨ ਨਹੀਂ ਟਿਕਦਾ। ਤੁਹਾਡੇ ਨਾਲ ਅਸੀਂ ਕਿਵੇਂ ਮੁਕਾਬਲਾ ਕਰੀਏ? ਨਹੀਂ, ਕਰ ਵੀ ਨਹੀਂ ਸਕਦੇ। ਫਿਰ ਅਸੀਂ ਕਿਵੇਂ ਗਾਈ? ਤੁਸੀਂ ਤੇ ਕਹਿ ਦਿੰਦੇ ਹੋ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੇ। ਸਾਡੇ ਕੋਲ ਗੁਣ ਹੀ ਨਹੀਂ ਅਜੇ ਆਇਆ ਉਹ ਜਿਸ ਗੁਣ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਹਜੇ ਤੇ ਗੁਰੂ ਰਾਮਦਾਸ ਜੀ ਦੇ ਬਾਬਤ ਭੱਟ ਜੀ ਕਹਿੰਦੇ ਹਮ ਅਵਗੁਣ ਭਰੇ, ਹਜੇ ਤੇ ਗੁਣ ਆਇਆ ਹੀ ਨਹੀਂ। ਹਜੇ ਤੇ ਬਿਲਕੁਲ ਫਿਗਰ ਲਿਖਤੀ ਉਹਨਾਂ ਨੇ, ਨੰਬਰ ਲਿਖਤਾ, ਇੱਕ ਗੁਣ ਨਾ, ਇੱਕ ਵੀ ਨਹੀਂ ਆ। ਬਹੁਤਿਆਂ ਦੀ ਗੱਲ ਤੇ ਬਹੁਤ ਬਾਅਦ ਦੀ ਗੱਲ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਬਾਣੀ ਵੀ ਹੈ, ਪਰ ਜੇ ਨਿੰਦਾ ਚੁਗਰਦੇ ਚ ਸੁਣਨ ਲੱਗ ਜਾਈਏ ਨਾ, ਉਹ ਛੱਡ ਕੇ ਤੇ ਫਿਰ ਬਿਖ ਖਾਉਣ ਲੱਗ ਜਾਂਦੇ ਅਸੀਂ। ਫਿਰ ਉਹ ਕੀ ਕਹਿ ਰਿਹਾ? ਅੱਛਾ, ਉਹ ਐਵੇਂ ਕਹਿ ਰਿਹਾ। ਹਾਏ, ਇੰਨੇ ਮਾੜੇ ਵੀ ਨਹੀਂ ਹੈਗੇ ਅਸੀਂ, ਇਹ ਵੀ ਨਹੀਂ ਕੀਤਾ। ਬਿਖੈ ਬਿਖ ਖਾਈ। ਫਿਰ ਬੰਦਾ ਜੇ ਇੱਕ ਵਾਰੀ ਜੇ ਆਪਣੀ ਨਿੰਦਾ ਸੁਣਨ ਦੀ ਆਦਤ ਪੈ ਗਈ, ਫਿਰ ਬੰਦਾ ਰੋਕ ਨਹੀਂ ਸਕਦਾ ਆਪਣੇ ਆਪ। ਇਹ ਕਹਿੰਦਾ ਮੇਰਾ ਢਿੱਡ ਪੀੜ ਹੋ ਰਿਹਾ, ਮੈਨੂੰ ਪਤਾ ਲੱਗੇ ਫਲਾਣੇ ਨੇ ਕਿਹਾ ਕੀ ਮੇਰੇ ਬਾਰੇ। ਭੱਟ ਜੀ ਕਹਿੰਦੇ ਏਡੀ ਮਾੜੀ ਹਾਲਤ ਹੋ ਜਾਂਦੀ ਹੈ ਫਿਰ ਮਨ ਦੀ, ਅੰਮ੍ਰਿਤ ਬਾਣੀ ਭੁੱਲ ਜਾਂਦੀ ਹੈ। ਫਿਰ ਬਿਖੈ ਬਿਖ ਖਾਈ। ਅੱਗੇ ਫਿਰ ਹਾਲਤ ਦੇਖੋ ਕਿਵੇਂ ਵਿਗੜਦੇ ਹੈ। ਮਾਇਆ ਮੋਹ ਭਰਮ ਪੈ ਭੁੱਲੇ। ਮਾਇਆ ਇਉਂ ਚਿੰਬੜਦੀ ਹੈ, ਫਿਰ ਮੋਹ ਯਾਦ ਆਉਂਦਾ ਹੈ। ਮੈਂ ਤੇ ਕਦੀ ਉਹਦਾ ਬੁਰਾ ਨਹੀਂ ਮਨਾਇਆ, ਉਹਨੇ ਮੈਨੂੰ ਮਾੜਾ ਕਿਉਂ ਬੋਲਿਆ? ਫਿਰ ਮੋਹ ਚਿੰਬੜਦਾ ਉੱਤੇ ਹੋਰ। ਫਿਰ ਮੋਹ ਯਾਦ ਆਉਂਦਾ ਕਿ ਉਹ ਤੇ ਮੇਰਾ ਇੰਨਾ ਪਿਆਰਾ ਮਿੱਤਰ ਸੀ, ਦੋਸਤ ਸੀ, ਸਨੇਹ ਸੀ। ਫਿਰ ਮੋਹ ਚਿੰਬੜਦਾ ਕਿ ਉਹ ਤੇ ਸਾਡੇ ਇੰਨੇ ਚੰਗੇ ਸਨ, ਉਹ ਸਾਨੂੰ ਬੋਲਣ ਲੱਗ ਗਏ। ਫਿਰ ਜਦ ਮੋਹ ਹਾਵੀ ਹੁੰਦਾ ਨਾ, ਫਿਰ ਮਹਾਰਾਜ ਕਹਿੰਦੇ ਐਸਾ ਭਰਮ ਚਿੰਬੜਦਾ ਹੈ ਕਿ ਬੰਦਾ ਭੁੱਲ ਹੀ ਜਾਂਦਾ ਕਿ ਕਰਨ ਕੀ ਆਇਆ ਸੀ ਤੂੰ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਪ੍ਰੀਤ ਲਗਾਈ ਕਹਿੰਦੇ ਬਸ ਮੋਹ ਦੀ ਖੇਡ ਉੱਥੇ ਹੀ ਵਰਤ ਰਹੀ ਹੈ। ਜਿਨ੍ਹਾਂ ਨੇ ਨਿੰਦਾ ਕੀਤੀ ਉਹਨਾਂ ਦਾ ਮੋਹ ਤੋੜ ਦਿੱਤਾ, ਜਿਨ੍ਹਾਂ ਨੇ ਚੰਗਾ ਕਿਹਾ ਉਹਨਾਂ ਦੇ ਨਾਲ ਮੋਹ ਵਧਾ ਲਿਆ। ਮੋਹ ਖਤਮ ਨਹੀਂ ਹੋਇਆ। ਮਹਾਰਾਜ ਜੀ ਨੇ ਤੇ ਕਿਹਾ ਸੀ ਕਿ ਆਪਣਾ ਗੁਣ ਨਾ ਗਵਾਵੇ, ਕਿ ਇਹ ਮੋਹ ਜ਼ਹਿਰੀ ਨਾ ਬਣ ਜੇ। ਪਰ ਹੋਇਆ ਕਿ ਪਲੈਸਿਬੋ ਹੋ ਗਿਆ, ਇੱਕ ਤੋਂ ਤੋੜਿਆ ਤੇ ਦੂਸਰੇ ਨਾਲ ਲਾਇਆ। ਨਿੰਦਕਾਂ ਦਾ ਮੂੰਹ ਸਮਝ ਆ ਗਿਆ, ਉਹ ਭਰਮ ਭੁੱਲੇ ਹੋ ਗਏ, ਉਹਨਾਂ ਨਾਲ ਗੱਲ ਨਹੀਂ ਕਰਨੀ। ਪਰ ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਜਿਹੜਾ ਪਿਆਰ ਕਰਦੇ ਆ ਫਿਰ ਉਹਦੇ ਨਾਲ ਹੋਰ ਡੂੰਗੀ ਪ੍ਰੀਤ ਕਰ ਲਈ। ਗੁਰੂ ਰਾਮਦਾਸ ਜੀ ਤੁਸੀਂ ਆਖਿਆ ਸੀ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਅੱਜ ਅਸੀਂ ਡੰਡੌਤ ਵੀ ਇਹ ਪੜ੍ਹੀ ਹੈ ਗੁਰੂ ਅਰਜੁਨ ਸਾਹਿਬ ਜੀ ਦੀ। ਹਉ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਕਿਵੇਂ ਮਿਲੇ? ਕਿਵੇਂ ਉਹ ਗੁਣ ਮਿਲੇ? ਪਿਆਰਾ ਪ੍ਰੀਤਮ ਦਾ ਮਤਲਬ ਹੈ ਪਿਆਰੇ ਪ੍ਰੀਤਮ ਦੇ ਗੁਣ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਯਾਦ ਰੱਖਿਓ, ਇਸ ਮਨ ਰੂਪੀ ਭਾਂਡੇ 'ਚ ਇੱਕੋ ਹੀ ਚੀਜ਼ ਟਿਕ ਸਕਦੀ ਹੈ, ਜਿਹੜਾ ਵਿਸ਼ਾ ਸੀ ਲੈ ਕੇ ਤੁਰਿਆ। ਜਾਂ ਤੇ ਸਾਰੀ ਰਾਤ ਇਹਦੇ ਅੰਦਰ ਨਿੰਦਾ ਦਾ ਫੁਰਨਾ ਸੌਣ ਨਹੀਂ ਦੇਗਾ, ਭਾਵ ਬਿਖ, ਮਾਇਆ ਮੋਹ ਭਰਮ ਤੇ ਭੁੱਲ, ਤੇ ਜਾਂ ਫਿਰ ਇਹ ਅੰਮ੍ਰਿਤ। ਇਹ ਦੋਨੋਂ ਨਹੀਂ ਵਸ ਸਕਦੇ, ਕਿਉਂਕਿ ਨਿੰਦਾ ਨੇ ਠੇਸ ਲਾਈ ਹਉਮੈ ਨੂੰ, ਤੇ ਉਸ ਹਉਮੈ ਦਾ ਕੰਡਾ ਮਹਾਰਾਜ ਜੀ ਕਹਿੰਦੇ ਜਿਉਂ ਜਿਉਂ ਚਲਹਿ ਚੁਬਹਿ ਦੁੱਖ ਪਾਵੈ। ਉਹ ਸੌਣ ਨਹੀਂ ਦੇਗਾ। ਫਿਰ ਬੰਦਾ ਕਹੇ ਮੈਂ ਰਾਤੀ ਨਾਮ ਜਪਲਾ, ਨਿੰਦਾ ਦਾ ਵਜਿਆ ਹੋਇਆ ਕੰਡਾ, ਹਉਮੈ ਦਾ ਵਜਿਆ ਹੋਇਆ ਕੰਡਾ, ਜਿੰਨਾ ਮਰਜੀ 100 ਵਾਰੀ ਯਤਨ ਕਰੇ, ਇੱਕ ਅੱਖਰ ਵੀ ਮਨ ਦੇ ਅੰਦਰ ਨਹੀਂ ਜਾਏਗਾ ਬਾਣੀ ਦਾ। ਬੇਚੈਨ ਹੀ ਰਹੇਗਾ ਸਾਰੀ ਰਾਤ। ਕਿਉਂ? ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ। ਜਿੰਨਾ ਮਰਜੀ ਯਤਨ ਕਰ ਲਓ, ਮਹਾਰਾਜ ਕਹਿੰਦੇ ਪਹਿਲਾਂ
ਭਾਂਡਾ ਹੀ ਇਸ ਤਰ੍ਹਾਂ ਦਾ ਬਣਾ ਲਿਆ, ਭਾਂਡੇ ਦੇ ਅੰਦਰ ਚਿਕਨਾਹਟ ਹੀ ਨਹੀਂ ਪਾ ਲਈ, ਉੱਥੇ ਅੰਮ੍ਰਿਤ ਪਾਣੀ ਕਿਵੇਂ, ਬਾਣੀ ਕਿਵੇਂ ਟਿਕੇਗੀ? ਤੇਲ ਤੇ ਪਾਣੀ ਕਦੀ ਰਲ ਨਹੀਂ ਸਕਦੇ ਵਿਚਕਾਰ। ਜਿੰਨਾ ਮਰਜ਼ੀ ਯਤਨ ਕਰ ਲਓ, ਉਹਨਾਂ ਨੇ ਵੱਖ-ਵੱਖ ਹੀ ਰਹਿਣਾ। ਤੇਲ ਨੇ ਆਪਣਾ ਅਸਰ ਦਿਖਾਈ ਦੇਣਾ ਪਾਣੀ ਦੇ ਵਿੱਚ ਵੀ, ਉੱਪਰ ਤਰ ਕੇ, ਵੱਖ ਹੋ ਕੇ। ਬਾਣੀ ਪੜ੍ਹੀ ਵੀ ਜਾਓ ਸਾਰੀ ਰਾਤ, ਯਤਨ ਵੀ ਕਰੀ ਜਾਓ, ਪਰ ਜਿਹੜਾ ਇਹ ਕੰਡਾ ਹੈ ਨਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਬਸੈ ਇੱਕ ਥਾਂ, ਇਹ ਵਸਦੇ ਨੇ। ਫਿਰ ਕੀ ਐਸੀ ਦਾਤ ਹੈ ਕਿ ਇਹ ਵਸ ਜਾਏ? ਕਿਹੜੀ ਦਾਤ ਹੈ? ਫਿਰ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹ ਦਾਤ ਪਤਾ ਕਿਹੜੀ ਹੈ? ਕਿ ਰਾਤੀ ਹਉਮੈ ਦਾ, ਨਿੰਦਾ ਦਾ, ਚੁਗਲੀ ਦਾ, ਦੁੱਖ ਦਾ ਕੰਡਾ ਚੁਭ ਰਿਹਾ ਹੋਏ, ਪਰ ਗੁਰੂ ਕਾ ਸਿੱਖ ਕਹੇ ਕਿ ਆਓ ਸੁਭਾਗੀ ਨੀਂਦੜੀਏ, ਕਿ ਉਹ ਜੀ ਨੀਂਦ ਆਏ ਕਿ ਇਹ ਚਿੰਤਾ ਨਾ ਹੋਏ ਉਸ ਨੀਂਦ ਵਿੱਚ। ਕਿਉਂਕਿ ਮਹਾਰਾਜ ਕਹਿੰਦੇ ਜੇ ਅੰਤਰ ਚਿੰਤਾ ਹੈ ਫਿਰ ਨੀਂਦ ਨਾ ਸੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਉਹ ਨੀਂਦ ਨਹੀਂ ਆਏਗੀ ਸੁੱਖਾਂ ਵਾਲੀ। ਤੁਸੀਂ ਦੇਖੋ ਨੀਂਦ ਦਾ ਰੂਪ ਇੱਕੋ ਹੀ ਹੈ, ਪਰ ਉਹ ਨੀਂਦ ਧਰਮ ਦੇ ਖੇਤਰ ਦੇ ਵਿੱਚ ਵੀ ਬੜੀ ਮਾਇਨੇ ਰੱਖਦੀ ਹੈ ਤੇ ਸਰੀਰ ਦੇ ਖੇਤਰ ਦੇ ਵਿੱਚ ਵੀ ਬੜੀ ਮਾਇਨੇ ਰੱਖਦੀ ਹੈ। ਜੇ ਉਹ ਸਰੀਰ ਦੇ ਰੂਪ ਦੇ ਵਿੱਚ ਨੀਂਦ ਨਾ ਆਏ ਤੇ ਡਿਪਰੈਸ਼ਨ ਸ਼ੁਰੂ ਹੋ ਜਾਂਦਾ ਥੋੜੇ ਦਿਨਾਂ ਬਾਅਦ, ਤੇ ਜੇ ਉਹ ਧਰਮ ਦੇ ਖੇਤਰ ਵਿੱਚ ਨਾ ਆਏ ਫਿਰ ਮਹਾਰਾਜ ਕਹਿੰਦੇ ਜੀਵਨ ਦੀ ਖੇਡ ਸ਼ੁਰੂ ਹੀ ਨਹੀਂ ਹੋਏਗੀ, ਨਹੀਂ ਹੋਏਗੀ। ਉਹ ਨੀਂਦ ਕਿਵੇਂ ਨਹੀਂ ਆਂਦੀ? ਜੇ ਨਿੰਦਾ ਹੈ, ਜੇ ਚੁਗਲੀ ਹੈ, ਜੇ ਦੁਆਇਸ਼ ਹੈ, ਜੇ ਚਿੰਤਾ ਹੈ, ਉਹ ਨੀਂਦ ਨਹੀਂ ਆਏਗੀ ਉਹ ਵਾਲੀ। ਜਿਸ ਇਹ ਸਰੀਰਿਕ ਨੀਂਦ ਦੀ ਹੁਣ ਗੱਲ ਨਹੀਂ ਕਰ ਰਿਹਾ ਦਾਸ। ਫਿਰ ਸਾਰਾ ਸ਼ਬਦ ਪੜ੍ਹੀਏ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ। ਸ਼ਬਦ ਉਹੀ ਲਿਆ ਜਿਹੜਾ ਡੰਡੌਤ 'ਚ ਪੜਿਆ, ਮਧੂਸੂਦਨ ਮੇਰੇ ਮਨ ਤਨ ਪ੍ਰਾਣਾ। ਇਹ ਰਹਾਉ ਦੀ ਤੁਕਾਂ। ਜਿਸ ਪ੍ਰੀਤਮ ਨੇ ਮੈਨੂੰ ਚਿੰਤਾ ਤੋਂ ਬਚਾਉਣਾ ਹੈ ਨਾ, ਉਹ ਪ੍ਰੀਤਮ ਮੇਰਾ ਰਖਵਾਲਾ ਹੈ। ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ। ਤੇ ਅੱਗੇ ਕਹਿੰਦੇ ਹਮ ਬਾਰਿਕ ਦੀਨ ਕਰਹੋ ਪ੍ਰਤਪਾਲਾ। ਇਹ ਅਰਦਾਸ ਹੈ। ਚਿੰਤਾ ਰੂਪੀ ਤੇਲ ਤੇ ਬਾਣੀ ਰੂਪੀ ਪਾਣੀ ਅੰਮ੍ਰਿਤ ਨੂੰ ਇੱਕ ਦੂਸਰੇ ਤੋਂ ਕਿਸ ਤਰ੍ਹਾਂ ਨਿਖੇੜਾ ਕਰਨਾ ਹੈ ਕਿ ਇਸ ਮਨ ਵਿੱਚੋਂ ਚਿੰਤਾ ਰੂਪੀ ਹਉਮੈ ਰੂਪੀ ਚਿਕਨਾਹਟ ਨਿਕਲ ਜਾਏ ਤੇ ਅੰਮ੍ਰਿਤ ਬਾਣੀ ਵਸ ਜਾਏ। ਇਹ ਅਰਦਾਸ ਹੈ। ਹਮ ਬਾਰਿਕ ਦੀਨ। ਦੀਨ ਦਾ ਮਤਲਬ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਮੈਂ ਕੀ ਯਤਨ ਕਰਾਂ? ਪਤਿਆਰ ਦਾ ਮਤਲਬ ਮੈਂ ਕੀ ਪਰਚਾਵਾ ਕਰਾਂ, ਮੈਂ ਕੀ ਪਰਚਾਵਾ ਕਰਾਂ। ਬਚਨੀ ਤੂਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਮਹਾਰਾਜ ਤੁਸੀਂ ਇੱਕ ਚੀਜ਼ ਪੂਰਨ ਰੂਪ 'ਚ ਦੇ ਦਿਓ, ਉਹ ਹੈ ਅੰਮ੍ਰਿਤ ਬਾਣੀ ਦੀ ਦਾਤ, ਉਹ ਹੈ ਬਾਣੀ ਦਾ ਸ਼ਬਦ, ਬਾਣੀ ਦੀ ਕਿਰਪਾ। ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤਪਾਲਾ। ਜਿਸ ਤਰ੍ਹਾਂ ਦਿਨ 'ਚ ਪ੍ਰਤਪਾਲਨਾ ਕੀਤੀ ਮਹਾਰਾਜ, ਇਸ ਰਾਤ 'ਚ ਵੀ ਪ੍ਰਤਪਾਲਨਾ ਕਰੋ। ਆਓ ਸੁਭਾਗੀ ਨੀਂਦੜੀਏ ਮਤ ਸ਼ੋਹ ਦੇਖਾਂ ਸੋਏ। ਕਿਥੇ ਮੈਨੂੰ ਖਸਮ ਦਿਸੇ, ਪ੍ਰਭੂ ਦਿਸੇ। ਇਸ ਆਲ ਜੰਜਾਲ ਤੋਂ ਬਚਾਓ, ਇਸ ਦੁੱਖ ਤੋਂ ਬਚਾਓ। ਮੈਂ ਦੁੱਖ ਨਹੀਂ ਦੇਖਣਾ ਚਾਹੁੰਦਾ, ਚਿੰਤਾ, ਮੈਂ ਵਿਰਲਾਪ ਨਹੀਂ ਦੇਖਣਾ ਚਾਹੁੰਦੀ ਇਸ ਨੀਂਦ 'ਚ। ਫਿਰ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਬਿਗਸੈ ਜੀਓ। ਗੁਰੂ ਕੀ ਬਾਣੀ ਐਸੀ ਦਾਤ ਹੈ ਜਿਸ ਤਰ੍ਹਾਂ ਪਾਣੀ ਮਿਲਣ ਨਾਲ ਕਮਲ ਦਾ ਫੁੱਲ ਖਿੜਦਾ ਹੈ। ਗੁਰੂ ਕਾ ਸਿੱਖ ਜਿੰਨਾ ਚਿਰ ਤੱਕ ਬਾਣੀ ਨਹੀਂ ਪੜ੍ਹੇਗਾ ਉਹਦਾ ਮਨ ਵਿਗਾਸ ਨਹੀਂ ਕਰੇਗਾ, ਉਹਦਾ ਮਨ ਖਿੜੇਗਾ ਨਹੀਂ, ਉਹਦਾ ਮਨ ਮੁਰਝਾਇਆ ਹੀ ਰਹੇਗਾ। ਗੁਰ ਜਲ, ਗੁਰੂ ਜਲ ਹੈ, ਮਨ ਕਮਲ ਹੈ। ਗੁਰ ਜਲ ਮਿਲ ਕਮਲ ਬਿਗਸੈ ਜੀਓ। ਜੇ ਗੁਰੂ ਦੀ ਬਾਣੀ ਮਿਲੇਗੀ ਤੇ ਮਨ ਦੇ ਵਿੱਚ ਵਿਗਾਸ ਆਏਗਾ। ਉਸ ਵੇਲੇ ਵੀ ਚਿੱਕੜ ਰੂਪੀ
ਚਿੰਤਾ ਦੇ ਵਿੱਚ ਚਿੱਕੜ ਰੂਪੀ, ਨਿੰਦਾ ਦੇ ਵਿੱਚ ਚਿੱਕੜ ਰੂਪੀ, ਸੰਤਾਪ ਦੇ ਵਿੱਚ ਵੀ ਗੁਰੂ ਕੇ ਸਿੱਖ ਦਾ ਮਨ ਕਮਲ ਰੂਪੀ ਰਾਤੀ ਖਿੜ ਜਾਏਗਾ, ਬਾਣੀ 'ਚ ਵਿਰਾਗ ਵਿੱਚ ਆ ਜਾਏਗਾ, ਬਿਸਮਾਦ ਵਿੱਚ ਆ ਜਾਏਗਾ। ਜਿਵੇਂ ਭਗਤ ਧੰਨਾ ਜੀ ਦਾ ਆਇਆ ਸੀ। ਭਗਤ ਧੰਨਾ ਜੀ ਕਹਿੰਦੇ ਮੈਨੂੰ ਤੇ ਬੰਦਗੀ ਕਰਨ ਦਾ ਕੁਝ ਨਹੀਂ ਪਤਾ ਸੀ, ਬਸ ਇੰਨਾ ਪਤਾ ਸੀ ਇਹ ਬਿੱਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਦੁਨੀਆ ਦੇ ਲੋਕ ਸੁੱਤੇ ਨੇ, ਭਗਤ ਧੰਨਾ ਕਹਿੰਦਾ ਮੈਂ ਬਹੁਤ ਸੌਂ ਲਿਆ ਵਿਕਾਰਾਂ ਵਾਲੀ ਨੀਂਦ 'ਚ, ਹੁਣ ਮੈਂ ਵਿਕਾਰਾਂ ਵਾਲੀ ਨੀਂਦ 'ਚ ਨਹੀਂ ਸੋਣਾ, ਮੈਂ ਵਿਕਾਰਾਂ ਵਾਲੀ ਨੀਂਦ ਤੋਂ ਜਾਗ ਕੇ ਭਗਤੀ ਵਾਲੇ ਆਨੰਦ ਵਿੱਚ ਜੁੜਨਾ। ਉਥੇ ਫਿਰ ਕਿਆ ਸੋਣਾ ਕਿਆ ਜਾਗਣਾ, ਗੁਰਮੁਖ ਤੇ ਉਥੇ ਪ੍ਰਵਾਨ ਸੀ ਭਗਤ ਜੀ ਦਾ। ਇਹਦਾ ਇਹ ਮਤਲਬ ਨਹੀਂ ਕਿ ਭਗਤ ਉੱਠ ਕੇ ਕਿੱਥੇ ਤੁਰ ਪਏ ਧੰਨਾ ਜੀ, ਨਹੀਂ, ਕਹਿੰਦੇ ਇਹ ਮੇਰਾ ਉੱਠ, ਇਹਨੂੰ ਜਗਾਇਆ ਮੈਂ ਸੁੱਤੇ ਮਨ ਨੂੰ ਕਿ ਇਹ ਹੁਣ ਬਹੁਤ ਸੌਂ ਲਿਆ। ਸਰੀਰ ਭਾਵੇਂ ਜਾਗਦਾ ਤੇ ਸੁੱਤਾ, ਭਗਤ ਧੰਨਾ ਜੀ ਦਾ ਸਰੀਰ ਭਾਵੇਂ ਸੌਂਦਾ ਹੋਏਗਾ ਪਰ ਸੱਚੀ ਮੁੱਚੀ ਮਨ ਅੰਦਰੋਂ ਜਾਗ ਕੇ ਪ੍ਰਭੂ ਦੀ ਬੰਦਗੀ ਕਰਦਾ ਹੋਏਗਾ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਕੀ ਜਿਹੜਾ ਧੰਨਾ ਜੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਤੂੰ ਕੁਨ ਰੇ ਮੈਂ ਜੀ, ਕੀ ਇਹ ਜਾਗਤ ਅਵਸਥਾ ਵਿੱਚ ਵਾਪਰਿਆ ਹੋਏਗਾ ਉਹਨਾਂ ਨਾਲ? ਨਹੀਂ, ਇਹ ਜਾਗਤ ਅਵਸਥਾ 'ਚ ਨਹੀਂ ਵਾਪਰ ਸਕਦਾ। ਇਹ ਐਸੀ ਅਵਸਥਾ ਹੈ ਜਿਸ ਅਵਸਥਾ ਨੂੰ ਰਵਿਦਾਸ ਜੀ ਕਹਿੰਦੇ ਆ ਬੇਗਮਪੁਰਾ। ਇਹ ਕੋਈ ਜਾਗਤ ਅਵਸਥਾ ਨਹੀਂ ਹੈ ਬੇਗਮਪੁਰਾ, ਇਹ ਐਸੀ ਅਵਸਥਾ ਹੈ ਭਾਵੇਂ ਤਨ ਲੱਗਦਾ ਹੋਏ ਕਿ ਸੁੱਤਾ ਪਿਆ ਪਰ ਮਨ ਜਾਗਦਾ। ਦੁੱਖ ਅੰਧੋ ਨਾਹੀ ਤਹਿ ਠਾਉ, ਨਾ ਤਸਵੀਜ਼ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੈਂ ਖੂਬ ਵਤਨ ਗਹਿ ਭਾਈ, ਉਹ ਇਹ ਵਤਨ ਨਹੀਂ ਹੈ, ਉਹ ਬੇਗਮਪੁਰਾ ਹੋਰ ਵਤਨ ਹੈ, ਉਹ ਹੋਰ ਬਾਤਾਂ ਨੇ, ਉਹ ਮਨ ਦੀਆਂ ਗੱਲਾਂ ਨੇ। ਉਹ ਪ੍ਰੀਤਮ ਦਾ ਦੇਸ਼ ਹੈ, ਉਹ ਗੱਲਾਂ ਬਾਤਾਂ ਵਾਲਾ ਦੇਸ਼ ਨਹੀਂ, ਜਾਗਤ ਵਾਲਾ ਦੇਸ਼ ਨਹੀਂ। ਤਾਈਓ ਮਹਾਰਾਜ ਕਹਿੰਦੇ ਪ੍ਰੀਤਮ ਕਿਆ ਦੇਸ਼ ਕੈਸੇ, ਉਹ ਇਹ ਵਾਲੇ ਬਾਤਨ ਨਾਲ ਗੱਲਾਂ ਨਾਲ ਨਹੀਂ ਹੈ, ਉਹ ਹੋਰ ਹੈ। ਤੇ ਕਹੋ ਦੱਸੋ, ਕਹਿੰਦੇ ਉਹ ਦੱਸਿਆ ਕਿਵੇਂ ਜਾ ਸਕਦਾ ਹੈ? ਉਹ ਤੇ ਜਲ ਕੀ ਮਾਛਲੀ ਚਰੇ ਖਜੂਰ, ਉਹ ਤੇ ਕਿਵੇਂ ਚੜਾਈ ਜਾ ਸਕਦੀ ਹੈ ਮਛਲੀ ਨੂੰ ਰੁੱਖ ਦੇ ਉੱਤੇ? ਉਹ ਦੱਸਿਆ ਨਹੀਂ ਜਾ ਸਕਦਾ। ਕੀ ਕੀਤਾ ਜਾ ਸਕਦਾ ਹੈ? ਬਸ ਉਹਨੂੰ ਮਾਣਿਆ ਜਾ ਸਕਦਾ ਹੈ, ਉਹਨੂੰ ਅੰਦਰੋਂ ਹੰਢਾਇਆ ਜਾ ਸਕਦਾ ਹੈ। ਇੱਕ ਵਾਰੀ ਕਹਿੰਦੇ ਨਹੀਂ, ਗੁਰੂ ਸਾਹਿਬ ਕਹਿੰਦੇ ਨਿਤ ਹੀ ਨਿਤ ਹੀ ਨਿਤ ਹੀ ਉਹਨੂੰ ਮਾਣਿਆ ਜਾ ਸਕਦਾ ਹੈ। ਸੰਸਾਰੀ ਲੋਗ ਯਾਦ ਰੱਖਿਓ, ਸੰਸਾਰੀ ਲੋਗ ਹਮੇਸ਼ਾ ਸਵੇਰ ਹੋਣ ਦਾ ਇੰਤਜ਼ਾਰ ਕਰਦੇ ਹੈ, ਪਰ ਭਗਤ ਹਮੇਸ਼ਾ ਰਾਤ ਆਉਣ ਦਾ ਇੰਤਜ਼ਾਰ ਕਰਦੇ ਹੈ। ਫਰਕ ਹੈ, ਬਹੁਤ ਫਰਕ ਹੈ। ਫਿਰ ਸਰਵਣ ਕਰੋ, ਸੰਸਾਰੀ ਲੋਕ ਚਾਨਣ ਨੂੰ ਉਡੀਕਦੇ ਆ, ਚਾਨਣ ਆਏ, ਸਵੇਰ ਹੋਏ, ਕੰਮਾਂ ਕਾਜਾਂ ਨੂੰ ਜੁੜੀਏ। ਭਗਤ ਲੋਕ ਹਮੇਸ਼ਾ ਰਾਤ ਦੀ ਉਡੀਕ ਕਰਦੇ ਆ, ਜਦ ਸਾਰਾ ਸੰਸਾਰ ਸੌਂ ਜਾਏ। ਕਿਉਂ? ਕਹਿੰਦੇ ਇਸ ਚਹਿਲ ਪਹਿਲ ਦੇ ਵਿੱਚ ਨਹੀਂ ਜਪਿਆ ਜਾਂਦਾ, ਲੋਕਾਂ ਦੀ ਭੀੜ ਜਪਣ ਨਹੀਂ ਦਿੰਦੀ, ਲੋਕਾਂ ਦੀ ਕੁਰਲ ਇਹ ਨਾਮ ਨਹੀਂ ਜਪਣ ਦਿੰਦੀ। ਲੋਕੀ ਤੁਰੀ ਫਿਰਦੇ ਆ, ਉਹਨਾਂ ਦੇ ਸਵਾਸਾਂ ਵਿੱਚੋਂ ਵੀ ਇਸ ਚੌਮੰਡਲ ਦੇ ਵਿੱਚ ਵਾਸ਼ਨਾ ਹੀ ਨਿਕਲਦੀ ਹੈ। ਪਰ ਜਦ ਸਾਰੇ ਸੌਂ ਜਾਂਦੇ ਆ, ਫਿਰ ਭਗਤ ਪਤਾ ਕੀ ਕਹਿੰਦਾ ਹੈ? ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਕਿ ਕਿਵੇਂ ਸੁੱਤੇ ਹੋਏ ਆ ਲੋਕ। ਕਬੀਰ ਸਾਹਿਬ ਨੇ ਵੀ ਤੇ ਇਹ ਕਿਹਾ ਸੀ ਨਾ ਕਿ ਮਨ ਜਾਗ ਜਾ, ਤਨ ਨੂੰ ਕੱਲਾ ਸੁਆ ਨਾ। ਕਿਉਂਕਿ ਜਿਹੜਾ ਇਹ ਦੁਨੀਆ ਦੇ ਲੋਕ ਸੁੱਤੇ ਪਏ ਨੇ, ਇਹਨਾਂ ਨੂੰ ਇਹ ਨਹੀਂ ਪਤਾ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ। ਕਹਿੰਦੇ ਇਹ ਵਾਲਾ ਸੋਣਾ ਤੇ ਸਭ ਨੇ ਹੀ ਸੋਣਾ ਹੈ, ਪਰ ਜਾਗਣਾ ਕਦ ਹੈ? ਸਵੇਰ ਹੋਈ, ਦਿਨ ਹੋਇਆ, ਦਿਨੇ ਵੀ ਮਨ ਸੁੱਤਾ ਪਿਆ, ਰਾਤ ਹੋਈ, ਰਾਤੀ ਵੀ ਮਨ ਸੁੱਤਾ ਪਿਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਧ੍ਰਿਗ ਇਵੇਹਾ ਜੀਵਿਆ
ਜਿਤ ਖਾਏ ਵਧਾਇਆ ਪੇਟ। ਬਸ ਜੇ ਇਹਦੇ ਵਾਸਤੇ ਹੀ ਜੀਵਨ ਜੀਤਾ ਹੈ, ਬਸ ਖਾਣਾ ਪੀਣਾ ਹੱਸਣਾ ਸੋਣਾ, ਇਹ ਵਾਲਾ ਹੀ ਸੋਣਾ ਹੈ। ਸੋਨੇ ਦਾ ਜ਼ਿਕਰ ਮਹਾਰਾਜ ਨੇ ਫਿਰ ਕੀਤਾ। ਸੋਨੇ ਨੂੰ ਮਨਫੀ ਨਹੀਂ ਕਰ ਸਕਦੇ ਬਾਣੀ ਵਿੱਚੋਂ, ਨੀਂਦ ਨੂੰ ਮਨਫੀ ਨਹੀਂ ਕਰ ਸਕਦੇ ਤੁਸੀਂ। ਬੜੀ ਇੱਕ ਅਧਿਆਤਮਕ ਖੇਡ ਹੈ ਨੀਂਦ। ਮਸਕੀਨ ਜੀ ਨੇ ਸਿਖਰ ਦੀ ਗੱਲ ਕੀਤੀ ਸੀ ਨੀਂਦ ਬਾਰੇ। ਕਹਿੰਦੇ ਮੌਤ ਇੱਕ ਵੱਡੀ ਨੀਂਦ ਹੈ ਤੇ ਰੋਜ਼ ਦੀ ਨੀਂਦ ਇੱਕ ਛੋਟੀ ਮੌਤ ਹੈ। ਕਮਾਲ ਦੀ ਗੱਲ ਹੈ। ਕੈਸੀ ਕਮਾਲ ਦੀ ਗੱਲ ਕਰਕੇ ਗਏ ਹੋ ਕਿ ਨੀਂਦ ਇੱਕ ਛੋਟੀ ਮੌਤ ਹੈ, ਇਹਦੇ ਵਿੱਚ ਜਾਗਣ ਦੀ ਖੇਡ ਹੈ। ਉਸ ਮੰਡਲ ਦੀ ਖੇਡ, ਉਸ ਅਵਸਥਾ ਦੇ ਵਿੱਚ ਅਸੀਂ ਰੋਜ਼ ਖਵਾ ਦਿੰਦੇ ਹਾਂ, ਰੋਜ਼ ਗਵਾ ਦਿੰਦੇ ਹਾਂ, ਜਿਹੜੀ ਅਵਸਥਾ ਸਾਨੂੰ ਰੋਜ਼ ਮਿਲਦੀ ਹੈ। ਜਿਹਨੂੰ ਕਿਹਾ ਚੌਥੇ ਪਹਿਰੇ ਸਬਾਹ ਕੇ ਸੁਰਤਿਆਂ ਉਪਜੈ ਚਾਓ। ਉਹ ਦਿਨ 'ਚ ਨਹੀਂ ਉਠੇ, ਚਾਓ ਨਹੀਂ ਹੈ, ਉਹ ਇਸ ਵੇਲੇ ਹੈ। ਚੌਥੇ ਪਹਿਰੇ ਸਬਾਹ ਕੇ, ਰਾਤ ਦਾ ਚੌਥਾ ਪਹਿਰ ਤੇ ਅੰਮ੍ਰਿਤ ਵੇਲੇ ਦਾ ਪਹਿਰਾ ਪਹਿਰ ਜਦ ਇਹ ਮਿਲਦੇ ਨੇ, ਇਹਨੂੰ ਸਬਾ ਕੇ ਆਖਿਆ। ਮਿਲਾਪ ਦੀ ਘੜੀ ਹੈ। ਤੇ ਜਿਸ ਵੇਲੇ ਰਾਤ ਸਵੇਰ ਨੂੰ ਮਿਲ ਰਹੀ ਹੈ, ਤੇ ਫਿਰ ਇਹ ਵਾਲੀ ਰਾਤ ਇਹ ਵਾਲੇ ਸਵੇਰ ਨੂੰ ਕਿਉਂ ਨਹੀਂ ਮਿਲ ਸਕਦੀ? ਭਗਤਾਂ ਨੇ ਤੇ ਇਹੀ ਕਿਹਾ ਨਾ, ਜੇ ਬਾਹਰ ਦੀ ਰਾਤ ਹਨੇਰਾ ਸਵੇਰ ਦੇ ਚਾਨਣ ਨੂੰ ਮਿਲਣ ਦੀ ਤਾਂਗ ਕਰ ਰਿਹਾ, ਫਿਰ ਇਹ ਵਾਲੀ ਰਾਤ, ਇਹ ਵਾਲੇ ਸ਼ਬਦ ਸਵੇਰ ਨੂੰ ਕਿਉਂ ਨਹੀਂ ਮਿਲ ਸਕਦੀ? ਤੇ ਉਸੇ ਵੇਲੇ ਮਿਲ ਸਕਦੀ ਹੈ। ਅੰਮ੍ਰਿਤ ਵੇਲਾ ਕੀ ਸੁਪਨਿਆਂ ਦਾ ਵੀ ਕੋਈ ਸੰਸਾਰ ਹੁੰਦਾ ਹੈ? ਫਿਰ ਪ੍ਰਸ਼ਨ ਇਹ ਜਾਗਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਉਮਰ ਹੈ 15-16 ਸਾਲ ਦੀ, ਜਿਵੇਂ ਇਤਿਹਾਸ ਕਈ 14 ਸਾਲ ਵੀ ਲਿਖਦੇ ਆ, ਪਰ ਇਹਦੇ ਵਿਚਕਾਰ ਹੀ ਪਹਾੜੀ ਰਾਜਿਆਂ ਦੇ ਧੱਕੇ ਕਰਕੇ, ਉਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ, ਰੰਜਿਸ਼ਾਂ ਕਰਕੇ, ਮਾਮਾ ਕਿਰਪਾਲ ਚੰਦ ਹੋਰੀ ਤੇ ਮਾਤਾ ਜੀ ਕਹਿੰਦੇ ਕਿ ਕੁਝ ਘੜੀ ਅਸੀਂ ਆਨੰਦਪੁਰ ਸਾਹਿਬ ਤੋਂ ਅਸੀਂ ਜਮਨਾ ਦੇ ਕੰਢੇ ਜਿੱਥੇ ਪਾਉਂਟਾ ਸਾਹਿਬ ਹੈ, ਉੱਥੇ ਜਾ ਕੇ ਪਹਾੜਾਂ ਦੀ ਗੋਦ ਵਿੱਚ ਵਸ ਜਾਈ। ਕਿਉਂਕਿ ਉੱਥੇ ਦੇ ਜਿਹੜੇ ਪਹਾੜੀ ਰਾਜੇ ਨੇ ਜਾਂ ਚੌਗਿਰਦਾ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਪ੍ਰੇਮ ਤੇ ਸਨੇਹ ਕਰਦੇ ਸਨ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਕਿਹਾ ਕਿ ਹਾਂ, ਥੋੜਾ ਚਿਰ ਜੇ ਟਿਕਾ ਦੀ ਲੋੜ ਹੈ, ਕਿਉਂਕਿ ਪਹਾੜੀ ਰਾਜੇ ਟਿਕਣ ਨਹੀਂ ਦਿੰਦੇ। ਘੜੀ ਬਾਅਦ ਕੋਈ ਨਾ ਕੋਈ ਜੰਗ, ਕੋਈ ਯੁੱਧ, ਕਦੀ ਕਿਸੇ ਨਾਲ ਕੁਝ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਾਉਂਟਾ ਸਾਹਿਬ ਦੀ ਧਰਤੀ ਤੇ ਗਏ। ਜਮਨਾ ਬਹੁਤ ਸ਼ੋਰ ਮਚਾਉਂਦੀ ਸੀ ਉੱਥੇ। ਗੁਰੂ ਸਾਹਿਬ ਦੇ ਚਰਨ ਪਏ, ਜਮਨਾ ਸ਼ਾਂਤ ਹੋ ਗਈ। ਕੋਈ ਝੂਠ, ਕੋਈ ਇਹਨੂੰ ਅਤਕਥ ਨਹੀਂ ਨਾ ਸਮਝਿਓ। ਉਸ ਥਾਂ ਤੋਂ ਪਹਿਲਾਂ ਵੀ ਜਮਨਾ ਸ਼ੋਰ ਪਾਉਂਦੀ ਆਉਂਦੀ ਹੈ, ਉਸ ਥਾਂ ਤੋਂ ਨਿਕਲ ਕੇ ਵੀ ਜਮਨਾ ਦਾ ਸ਼ੋਰ ਬਹੁਤ ਹੈ। ਸਿਰਫ ਉਹ ਥਾਂ ਹੈ, ਉਹ ਮਹਾਰਾਜ ਜੀ ਦਾ ਚਰਨ ਗੰਗਾ ਜਿੱਥੇ ਹੈ, ਉੱਥੇ ਜਮਨਾ ਟਿਕ ਗਈ, ਬਿਲਕੁਲ ਸ਼ਾਂਤ ਹੋ ਗਈ। ਕਿਉਂ? ਮਹਾਰਾਜ ਨੇ ਤੂੰ ਹੀ ਉਚਾਰਿਆ ਉੱਥੇ। ਜ਼ਮੀ ਤੂੰ ਹੀ, ਜ਼ਮਾ ਤੂੰ ਹੀ, ਅਮੀ ਤੂੰ ਹੀ, ਅਮਾ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ। 16,000 ਵਾਰੀ, ਇੱਕ ਦੋ ਵਾਰੀ ਨਹੀਂ, ਇੱਕ ਅੱਖਰ ਵੀ ਰਿਪੀਟ ਨਹੀਂ ਹੈ, ਇੱਕ ਅੱਖਰ ਵੀ ਰਿਪੀਟ ਨਹੀਂ ਹੈ। 16,000 ਅੱਖਰ ਵੱਖਰੇ ਹੀ ਨੇ। ਮਕੀ, ਮਕਾਂ, ਅਮੀ, ਅਮਾ, ਜ਼ਮੀ, ਜ਼ਮਾ, ਸਭ ਵੱਖਰੇ ਨੇ। ਜਮਨਾ ਵੀ ਸੁਣਨ ਲੱਗ ਗਈ, ਇਹ ਹੈ ਕੀ ਚੀਜ਼? ਜਮਨਾ ਸੁਣਦੀ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕੱਲੀ ਜਮਨਾ ਸੁਣਦੀ ਨਹੀਂ ਹੈ, ਜਮਨਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਿਆ ਵੀ ਹੈ। ਕਹਿੰਦੇ ਮੈਂ ਗਿਆ ਸੀ ਜਮਨਾ ਨੂੰ ਪੁੱਛਣ ਵਾਸਤੇ, ਪਰ ਕਹਿੰਦੇ ਮੈਨੂੰ ਇਹ ਬਾਅਦ 'ਚ ਪਤਾ ਲੱਗਿਆ, ਜਿਹਨੂੰ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਨਾ, ਕਹਿੰਦੇ ਫਿਰ ਉਹਦੇ ਅੰਦਰ ਰਹੱਸ ਪੈਦਾ ਹੋ ਜਾਂਦਾ, ਉਹ ਫਿਰ ਬੋਲ ਨਹੀਂ ਸਕਦਾ ਕੁਝ, ਉਹ ਫਿਰ ਦੱਸ ਨਹੀਂ ਸਕਦਾ। ਹਰ ਗੁਣ ਕਹਤੇ ਇਕੱਲੇ ਬੰਦਿਆਂ ਦੀ ਗੱਲ ਨਹੀਂ ਹੈ, ਇਹ ਹਰ ਇੱਕ
ਕਰਤਾਰ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਗੱਲ ਹੈ। ਭਾਵੇਂ ਉਹ ਗਿਰ ਹੈ ਤੇ ਭਾਵੇਂ ਮੇਰ ਹੈ, ਤੇ ਭਾਵੇਂ ਉਹ ਸਮੁੰਦ ਹੈ ਤੇ ਭਾਵੇਂ ਸਾਗਰ ਹੈ, ਤੇ ਭਾਵੇਂ ਉਹ ਦਰਿਆ ਹੈ। ਮੈਂ ਬਿਨ ਗੁਰ ਦੇਖੈ ਨੀਂਦ ਨਾ ਆਵੈ, ਮੇਰੇ ਮਨ ਤਨ ਬੇਦਨ ਗੁਰ ਬਿਰਹੋਂ ਲਗਾਵੈ। ਕਦੀ ਸਿੱਖ ਦੇ ਅੰਦਰ ਇਹ ਖਿੱਚ ਪੈਦਾ ਹੋਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੇ ਜਮਨਾ ਦੇ ਕੰਢੇ ਬੈਠੇ ਨੇ ਤੇ ਕੈਸੀ ਅਵਸਥਾ ਉਹਨਾਂ ਦੀ। 52 ਕਵੀ ਉੱਥੇ ਨੇ, ਪਰ ਪਹਾੜੀ ਰਾਜਿਆਂ ਨੇ ਉੱਥੇ ਵੀ ਟਿਕਣ ਨਹੀਂ ਦਿੱਤਾ। ਹਰੀ ਚੰਦ ਨੇ ਚਿੱਠੀ ਭੇਜੀ ਕਿ ਇਹ ਥਾਂ ਛੱਡ ਕੇ ਚਲੇ ਜਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਡਾ ਥਾਂ ਹੈ, ਧੱਕਾ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਚੇਤੇ ਕਰਾਇਆ ਉਸ ਵੇਲੇ ਕਿ ਗੁਰੂ ਨਾਨਕ ਸਾਹਿਬ ਨੇ ਜੰਜੀਰਾਂ ਨੂੰ ਕੱਢਿਆ ਸੀ ਗੁਲਾਮੀ ਦੀਆਂ, ਤੇ ਹਰੀ ਚੰਦ ਨਾ ਅਸੀਂ ਕਿਸੇ ਦੀ ਗੁਲਾਮੀ ਕਬੂਲ ਕਰਾਂਗੇ ਤੇ ਨਾ ਕਿਸੇ ਨੂੰ ਗੁਲਾਮ ਬਣਨ ਦੇਵਾਂਗੇ। ਤੁਹਾਨੂੰ ਇਹ ਹੈਰਾਨੀ ਹੋਏਗੀ, ਸਤਿਗੁਰ ਜੀ ਜਿਸ ਵੇਲੇ ਅਰਬ ਦੇਸ਼ ਵਿੱਚ ਗਏ ਹੈ, ਜਨਮ ਸਾਖੀਆਂ, ਹਾਂ ਇੱਕ ਕਿਤਾਬ ਸਾਡੇ ਕੋਲ ਜਨਮ ਸਾਖੀ ਪਰੰਪਰਾ ਮਿਲਦੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਛਪੀ ਹੋਈ, ਕਿਰਪਾਲ ਸਿੰਘ ਹੋਰਾਂ ਦੀ, ਬੜੀ ਕਮਾਲ ਦੀ ਕਿਤਾਬ ਹੈ। ਉਹਦੇ ਵਿੱਚ ਇਹ ਰਿਸਰਚ ਕਰਕੇ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਅਰਬ ਦੇਸ਼ ਤੋਂ ਪਾਣੀ ਦੇ ਜਹਾਜ਼ ਦਾ ਸਫ਼ਰ ਕਰਕੇ ਯੂਰਪ ਵਾਲੇ ਪਾਸੇ ਗਏ ਨੇ, ਔਰ ਸਮੁੰਦਰ ਜਿੱਥੇ ਮੁੱਕਦਾ ਹੈ, ਸਭ ਤੋਂ ਪਹਿਲਾਂ ਜਿਹੜਾ ਉੱਥੇ ਦੇਸ਼ ਸ਼ੁਰੂ ਹੁੰਦਾ ਹੈ ਉਹਦਾ ਨਾਮ ਹੈ ਇਟਲੀ। ਇਟਲੀ। ਗੁਰੂ ਨਾਨਕ ਸਾਹਿਬ ਇਟਲੀ ਦੇ ਟਾਪੂ ਤੇ ਪਹੁੰਚੇ, ਪੁੱਛਿਆ ਕਿ ਇੱਥੇ ਸਭ ਤੋਂ ਵਿਸ਼ਾਲ ਸ਼ਹਿਰ ਕਿਹੜਾ ਹੈ। ਉਸ ਸ਼ਹਿਰ ਦਾ ਨਾਮ ਸੀ ਰੋਮ। ਰੋਮ ਗੁਰੂ ਸਾਹਿਬ ਪਹੁੰਚੇ ਨੇ। ਗੁਰੂ ਸਾਹਿਬ ਦੀ ਚਰਚਾ ਬੜੀ ਹੋ ਗਈ, ਪਰ ਗੁਰੂ ਸਾਹਿਬ ਨੇ ਕੀ ਦੇਖਿਆ ਕਿ ਇੱਥੇ ਗੁਲਾਮੀ ਦੀਆਂ ਜੰਜੀਰਾਂ ਪਾਈਆਂ ਹੋਈਆਂ ਲੋਕਾਂ ਨੇ, ਗੁਲਾਮ ਬਣਾਇਆ ਹੋਇਆ, ਜਿਨ੍ਹਾਂ ਦੀ ਚਮੜੀ ਦਾ ਰੰਗ ਆਪਣੀ ਚਮੜੀ ਤੋਂ ਗੂੜਾ ਹੈ, ਉਹਨਾਂ ਨੂੰ ਗੁਲਾਮ ਬਣਾਇਆ ਹੋਇਆ, ਉਹਨਾਂ ਨੂੰ ਨੀਚ ਸਮਝਿਆ ਹੋਇਆ। ਗੁਰੂ ਸਾਹਿਬ ਨੇ ਫਿਰ ਪੱਲੂ ਫੇਰਿਆ ਕਿ ਇੱਥੇ ਕੌਣ ਹੈ ਧਰਮ ਦਾ ਆਗੂ, ਤੇ ਪਤਾ ਲੱਗਿਆ ਪੋਪ ਬੈਂਡਿਕਟ 12 ਰੋਮ ਦੇ ਵਿੱਚ। ਉਹਦੀ ਗੁਰੂ ਨਾਨਕ ਸਾਹਿਬ ਦੇ ਨਾਲ ਮੀਟਿੰਗ ਹੋਈ, ਫਿਰ ਗੁਰੂ ਨਾਨਕ ਸਾਹਿਬ ਦੇ ਨਾਲ ਉਹਦਾ ਸੰਵਾਦ ਹੋਇਆ। ਵੈਸੇ ਤੇ ਇਹ ਸਾਰਾ ਕੁਝ 1908 1910 ਦੇ ਵਿੱਚ ਆ ਗਿਆ ਸੀ ਸਾਹਮਣੇ। ਅੱਜ ਵੀ ਇਸ ਬਾਬਤ ਰਿਸਰਚ, ਹੁਣ ਤੇ ਬੜੀ ਪ੍ਰੌੜਤਾ ਦੇ ਨਾਲ ਇਹ ਪਤਾ ਲੱਗ ਗਿਆ 20 ਤੋਂ ਵੱਧ ਥਾਵਾਂ ਨੇ ਇਟਲੀ ਦੇ ਵਿੱਚ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ। ਮੋਰ ਦੈਨ 20 ਪਲੇਸਿਸ, ਔਰ ਬਹੁਤ ਲੰਬਾ ਸਮਾਂ ਗੁਰੂ ਸਾਹਿਬ ਇਟਲੀ ਦੇ ਵਿੱਚ ਰਹੇ ਨੇ। ਹਜੇ ਹੋਰ ਥਾਂ ਲੱਭੀਆਂ ਜਾਣਗੀਆਂ। ਅਫਰੀਕਾ ਕੋਈ ਛੋਟਾ ਦੇਸ਼ ਨਹੀਂ ਹੈ। ਇਹ ਹੋ ਨਹੀਂ ਸਕਦਾ ਕਿ ਗੁਰੂ ਨਾਨਕ ਸਾਹਿਬ ਅਫਰੀਕਾ ਨਾ ਗਏ ਹੋਣ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਫਰੀਕਾ ਤੋਂ ਵੀ ਸਾਨੂੰ ਪ੍ਰੂਫ ਮਿਲਣਗੇ ਕਿ ਗੁਰੂ ਨਾਨਕ ਸਾਹਿਬ ਅਫਰੀਕਾ ਦੇਸ਼ ਦੇ ਵਿੱਚ ਵੀ। ਪੋਪ ਬੈਂਡਿਕਟ ਜਦ ਮਿਲਦਾ, ਪੋਪ ਬੈਂਡਿਕਟ ਦਾ ਜਿਹੜਾ ਨਾਲ ਉਹਦਾ ਗੜਵਈ ਹੈ, ਜਿਹਦਾ ਜ਼ਿਕਰ ਨਾਮ ਵੀ ਸਾਰਿਆਂ ਦੇ ਨਾਮ ਮਿਲਦੇ ਹੈ, ਜਿਹਦੀ ਮੀਟਿੰਗ ਹੋਈ, ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਤੁਸੀਂ ਕਿਹਨੂੰ ਮੰਨਦੇ ਹੋ? ਕਹਿੰਦੇ ਅਸੀਂ ਜੀਸਸ ਨੂੰ। ਕਹਿੰਦੇ ਤੁਹਾਡੇ ਇਸ਼ਟ ਸਾਰੀ ਜ਼ਿੰਦਗੀ, ਸਾਰੀ ਉਮਰ ਗੁਲਾਮੀ ਦੀਆਂ ਜੰਜੀਰਾਂ ਹੀ ਵੱਢਦੇ ਰਹਿ ਗਏ ਕਿ ਗੁਲਾਮੀ ਨਹੀਂ ਹੈ, ਸਭ ਇੱਕੋ ਹੀ ਇੱਕ ਹੈ, ਭਾਵੇਂ ਤੁਸੀਂ ਗੋਡ ਆਖੋ ਤੇ ਭਾਵੇਂ ਤੁਸੀਂ ਪਰਮਾਤਮਾ ਆਖੋ। ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਕਦੀ ਵੀ ਖੁਸ਼ੀ ਨਹੀਂ ਲੈ ਸਕਦੇ ਜੇ ਤੁਸੀਂ ਗੁਲਾਮੀ ਦਾ ਜੀਵਨ ਦੋਗੇ ਲੋਕਾਂ ਨੂੰ, ਕਦੀ ਵੀ। ਰੋਮ ਦੇ ਵਿੱਚ ਗੁਰੂ ਸਾਹਿਬ ਗੁਲਾਮੀ ਦੀ ਜੰਜੀਰਾਂ ਵੱਢ ਕੇ ਆਏ, ਬੜੇ ਤਗੜੇ ਡਾਇਲੋਗ ਹੋਏ ਨੇ, ਪਰ ਸਾਂਭ ਨਹੀਂ ਸਕੇ, ਅਸੀਂ ਪਹੁੰਚ ਨਹੀਂ ਸਕੇ। ਉਹ ਲਿਖਤਾਂ ਨਹੀਂ ਮਿਲੀਆਂ ਸਾਨੂੰ। ਖਰੇ ਗੁਰੂ ਸਾਹਿਬ ਕਿਸ ਲੈਂਗੁਏਜ ਵਿੱਚ ਗੱਲ ਕਰ ਰਹੇ ਹੋਣਗੇ, ਹਜੇ ਇਹ ਵੀ ਸਾਨੂੰ ਨਹੀਂ ਮਿਲਿਆ ਪ੍ਰੂਫ। ਕਿਉਂਕਿ ਜੇ ਗੁਰੂ ਨਾਨਕ ਸਾਹਿਬ ਦਾ ਉੱਥੇ ਜ਼ਿਕਰ ਨਾਮ ਵੀ ਹੈ ਤੇ ਉਹ ਵੀ ਉਸ ਇਟਾਲੀਅਨ ਲੈਂਗੁਏਜ ਦੇ ਵਿੱਚ ਉਹਨਾਂ ਨੇ ਰਿਸੋਰਸਿਸ, ਕਿਉਂਕਿ ਸਭ ਤੋਂ ਪਹਿਲਾਂ ਇਹ 1908 ਦੇ ਵਿੱਚ
ਇੱਕ ਰਾਈਟਰ ਹੋਇਆ, ਉਹਨੇ ਆਪਣੇ ਇਨਸਾਈਕਲੋਪੀਡੀਆ ਦੇ ਵਿੱਚ, ਇਨਸਾਈਕਲੋਪੀਡੀਆ ਆਫ ਇਟਲੀ, ਉਹਦੇ ਵਿੱਚ ਉਹਨੇ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰ ਦਿੱਤਾ ਸੀ ਕਿ ਕੋਈ ਹਿੰਦ ਵਿੱਚੋਂ, ਕੋਈ ਇੰਡੀਆ ਦੇ ਵਿੱਚੋਂ ਕੋਈ ਨਬੀ ਪੈਗੰਬਰ ਇੱਥੇ ਆਏ ਨੇ ਪਾਣੀ ਦੇ ਜਹਾਜ਼ ਰਾਹੀਂ। ਇਹੀ ਕੁਛ ਅਨੰਦਪੁਰ ਸਾਹਿਬ ਹੋਇਆ। ਹਰੀਚੰਦ ਮਹਾਰਾਜ ਕਹਿੰਦੇ ਕਿ ਹਰੀਚੰਦ, ਜੰਗ ਮਨਜ਼ੂਰ ਹੈ ਪਰ ਤੇਰਾ ਧੱਕਾ ਨਹੀਂ ਸਵਾਂਗੇ। ਜੰਗ ਦਾ ਨਗਾੜਾ ਵੱਜ ਗਿਆ। ਸਿੱਖ ਪੁੱਛਦੇ, ਮਹਾਰਾਜ ਜੰਗ ਕਿੱਥੇ ਕਰਨੀ ਹੈ? ਸਤਿਗੁਰੂ ਜੀ ਨੇ ਥਾਂ ਨਿਯਤ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 14 ਜੰਗਾਂ ਲੜੀਆਂ ਨੇ, ਇੱਕ ਵੀ ਨਹੀਂ ਹਾਰੇ, ਕਿਉਂਕਿ ਜੰਗ ਨੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੀ ਕਿਸੇ ਦੀ ਨਹੀਂ ਸੀ। ਪਹਾੜੀ ਦੀ ਟੀਸੀ ਚੁਣੀ, ਭੰਗਾਣੀ ਦੀ, ਕਹਿੰਦੇ ਭੰਗਾਣੀ ਦੇ ਵਿੱਚ ਯੁੱਧ ਕਰਾਂਗੇ, ਪਹਾੜੀ ਤੇ ਚੜ ਜਾਓ। ਮਹਾਰਾਜ ਕਹਿੰਦੇ ਕਿੰਨੀਆਂ ਫੌਜਾਂ ਨੇ? ਫੌਜਾਂ ਦੀ ਗਿਣਤੀ ਕੀਤੀ ਹੈ, ਕਹਿੰਦੇ ਸਾਡੇ ਕੋਲ 1000 ਮੁਗਲ ਪਠਾਨ ਵੀ ਆਏ ਹੋਏ ਨੇ, ਫੌਜਾਂ 'ਚ ਰਲੇ ਹੋਏ ਨੇ। ਮਹਾਰਾਜ ਕਹਿੰਦੇ ਠੀਕ ਹੈ, ਫਿਰ ਉਹਨਾਂ ਨੂੰ ਵੀ ਨਾਲ ਜੰਗ 'ਚ ਰਲਾਓ, ਉਹ ਵੀ ਸਾਡੇ ਵੱਲੋਂ ਲੜਨਗੇ ਜੇ ਆਏ ਹੋਏ ਨੇ। ਬਗਾਵਤ ਕਰਕੇ ਆਏ ਸੀ। ਪਰ ਪਹਾੜੀ ਰਾਜਿਆਂ ਨੇ ਜੰਗ ਤੋਂ ਬਿਲਕੁਲ ਪਹਿਲਾਂ ਉਹਨਾਂ ਪਠਾਨਾਂ ਨੂੰ ਆਪਣੇ ਵੱਲ ਕਰ ਲਿਆ। ਗੁਰੂ ਸਾਹਿਬ ਦੀ ਫੌਜ ਦੇ ਵਿੱਚ 1000 ਦੇ 1000 ਪਠਾਨ ਧੋਖਾ ਦੇ ਗਏ। ਗੁਰੂ ਸਾਹਿਬ ਨੂੰ ਇਹ ਜਾਪਿਆ ਕਿ ਹੁਣ ਇਹ ਇੱਕ ਪੂਰਾ ਹਿੱਸਾ ਖਾਲੀ ਹੋ ਗਿਆ, ਜਿਹੜਾ ਪਹਿਲਾਂ ਅਸੀਂ ਦੁਸ਼ਮਣਾਂ ਦੇ ਵਾਰ ਤੋਂ ਰੋਕਿਆ ਸੀ। ਇਹ ਗੱਲ ਸੁਣੀ ਪੀਰ ਬੁੱਧੂ ਸ਼ਾਹ ਨੇ ਆਪਣੇ ਮੁਰੀਦ, ਆਪਣੇ ਚੇਲੇ, ਆਪਣੇ ਭਤੀਜੇ, ਆਪਣੇ ਪੁੱਤਰ ਲੈ ਕੇ ਪਹੁੰਚ ਗਿਆ। ਮਹਾਰਾਜ ਕਹਿੰਦੇ ਇਹ ਕੀ? ਕਹਿੰਦੇ ਕੱਲ ਨੂੰ ਕੋਈ ਇਹ ਨਾ ਕਹੇ ਕਿ ਅਸੀਂ ਲੋਕ ਕੱਲੇ ਦਗਾ ਦੇਣ ਵਾਲੇ ਵੀ ਹਾਂ। ਅਸੀਂ ਕੱਲੇ ਦਗਾ ਦੇਣ ਵਾਲੇ ਨਹੀਂ ਹਾਂ, ਅਸੀਂ ਅੱਗੇ ਖੜ ਕੇ ਅੱਗੇ ਉਸ ਖੁਦਾ ਦੇ ਨਾਮ ਤੇ, ਰੱਬ ਦੇ ਨਾਮ ਤੇ ਦਗਾ ਨੂੰ ਤੋੜਨ ਵਾਲਿਆਂ ਨੂੰ ਸਬਕ ਸਿਖਾਉਣ ਵਾਲੇ ਵੀ ਹਾਂ। ਫਿਰ ਉਹਨਾਂ ਨੂੰ ਸਬਕ ਸਿਖਾਉਣ ਲਈ ਆਏ। ਜੰਗ ਹੋਈ, ਮੁਰੀਦ ਮਰ ਗਏ ਪੀਰ ਬੁੱਧੂ ਸ਼ਾਹ ਦੇ। ਅੱਜ 2-4 ਮਿੰਟ ਆਪ ਸੰਗਤਾਂ ਦੇ ਥੋੜੇ ਜਿਹੇ ਲਾਂਗੇ। ਮੁਰੀਦ ਵੀ ਚਲੇ ਗਏ, ਪੁੱਤਰ ਵੀ 2-4 ਵਿੱਚੋਂ ਸ਼ਹੀਦ ਹੋ ਗਏ, ਭਤੀਜੇ ਵੀ। ਕੁਝ ਦਿਨ ਪੀਰ ਬੁੱਧੂ ਸ਼ਾਹ ਪੌਂਟਾ ਸਾਹਿਬ ਰੁਕੇ ਨੇ, ਸਾਰਾ ਬਹੁਤ ਆਨੰਦ ਲਿਆ। ਪੀਰ ਬੁੱਧੂ ਸ਼ਾਹ ਨੂੰ ਗੁਰੂ ਸਾਹਿਬ ਦੇ ਨਿੱਜੀ ਕਮਰੇ ਦੇ ਵਿੱਚ ਆਉਣ ਦੀ ਖੁੱਲੀ ਇਜਾਜ਼ਤ ਸੀ। ਪੀਰ ਸਨ, ਉਹ ਸਹਿਜੇ ਆਉਂਦੇ ਜਾਂਦੇ ਸੀ। ਨਹੀਂ ਤੇ ਗੁਰੂ ਸਾਹਿਬ ਦੇ ਨਿੱਜੀ ਕਮਰੇ ਦੇ ਵਿੱਚ ਕਿਸੇ ਦੀ ਇਜਾਜ਼ਤ ਨਹੀਂ ਸੀ ਆਉਣ ਦੀ। ਜਾਂ ਇਤਿਹਾਸ ਦੇ ਵਿੱਚ ਭਾਈ ਨੰਦ ਲਾਲ ਦਾ ਮਿਲਦਾ ਜ਼ਿਕਰ ਕਿ ਉਹ ਨਿੱਜੀ ਕਮਰੇ 'ਚ ਭਾਈ ਗੁਰੂ ਸਾਹਿਬ ਜੀ ਦੇ ਨਾਲ ਹੈ, ਜਾਂ ਪੀਰ ਬੁੱਧੂ ਸ਼ਾਹ ਦਾ, ਕਿਉਂਕਿ ਗੁਰੂ ਸਾਹਿਬ ਨੇ ਕਦੀ ਆਪਣੇ ਕੇਸਾਂ ਦੇ ਦਰਸ਼ਨ ਕਿਸੇ ਨੂੰ ਨਹੀਂ ਕਰਾਏ। ਸਦਾ ਹੀ ਕੇਸ ਢੱਕ ਕੇ ਰੱਖੇ ਨੇ, ਸਦਾ ਹੀ ਦਸਤਾਰ ਬਣ ਕੇ ਰੱਖੀ ਹੈ। ਜੇ ਕਿਸੇ ਨੇ ਕੇਸਾਂ ਦੇ ਦਰਸ਼ਨ ਕੀਤੇ ਨੇ, ਜਾਂ ਤੇ ਉਹ ਨੰਦ ਲਾਲ ਨੇ ਕੀਤੇ। ਦੀਨ ਦੁਨੀਆ ਦਰਕ ਮੰਦੇ, ਆਫਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਖਤਾਰ ਮੂਏ ਯਾਰਮਾ। ਗੁਰੂ ਗੋਬਿੰਦ ਸਿੰਘ ਦਾ ਇੱਕ ਵਾਲ ਦੀਨ ਦੁਨੀ ਦੀ ਦੌਲਤ ਦੇ ਕੇ ਵੀ ਖਰੀਦਿਆ ਨਹੀਂ ਜਾ ਸਕਦਾ। ਇੱਕ ਕੇਸ ਦੀ ਤਾਰ ਵੀ ਉਹਦੀ ਕੀਮਤ ਹੈ। ਗੁਰੂ ਸਾਹਿਬ ਕੰਗਾ ਕਰਦੇ ਸੀ ਕੇਸਾਂ ਨੂੰ। ਪੀਰ ਬੁੱਧੂ ਸ਼ਾਹ ਆਇਆ, ਸਤਿਗੁਰੂ ਜੀ ਇਜਾਜ਼ਤ ਦਿਓ। ਮਹਾਰਾਜ ਬਹੁਤ ਖੁਸ਼ ਹੋਏ, ਬਹੁਤ ਰੁੱਠੇ, ਵਿਰਾਗ ਦੇ ਵਿੱਚ ਆਏ ਕਿ ਪੀਰ ਮੁਰੀਦ ਤੁਸੀਂ ਸ਼ਹੀਦ, ਪੁੱਤਰ ਸ਼ਹੀਦ ਕਰਾਏ। ਗੁਰੂ ਸਾਹਿਬ ਕਹਿੰਦੇ ਪੀਰ ਜੀ, ਅੱਜ ਤੁਹਾਡੇ ਅੱਗੇ ਖੁਦਾ ਦੇ ਦਰ ਦੇ ਸਾਰੇ ਖਜ਼ਾਨੇ ਖੁੱਲੇ ਨੇ, ਤੁਸੀਂ ਕੁਝ ਵੀ ਮੰਗ ਸਕਦੇ ਹੋ। ਪੀਰ ਕਹਿੰਦਾ ਕੁਝ ਵੀ, ਦੁਨੀਆ ਦੀ ਕੋਈ ਤਾਕਤ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੁਸੀਂ ਉਹਦੇ ਅੱਗੇ ਬੈਠੇ ਹੋ ਜਿਹਨੂੰ ਭਾਈ ਨੰਦ ਲਾਲ ਕਹਿੰਦਾ ਹੈ ਕਿ ਸ਼ਾਹੇ ਸ਼ਹਿਨਸ਼ਾਹ ਜਪੋ ਜੀ ਗੁਰਗੋ। ਉਹਦੇ ਅੱਗੇ ਬੈਠੇ ਹੋ ਜਿਹੜਾ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਉਹਦੇ ਅੱਗੇ ਬੈਠੇ ਹੋ ਜਿਹੜਾ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਉਹਦੇ ਅੱਗੇ ਬੈਠੇ ਹੋ ਜਿਹੜਾ ਹੱਕ ਆਦੇਸ਼। ਉਹਦੇ ਅੱਗੇ ਬੈਠੇ ਹੋ ਜਿਹੜਾ ਬਾਦਸ਼ਾਹ। ਕੱਲਾ ਮੈਂ ਦਰਵੇਸ਼ ਨਹੀਂ ਹਾਂ, ਬਾਦਸ਼ਾਹੀ ਵੀ ਹੈ। ਖੁਦਾ ਦੇ ਦਰ ਦੇ ਖਜ਼ਾਨੇ ਦੀ ਚਾਬੀ, ਜੋ ਤੁਸੀਂ ਮੰਗਣਾ ਅੱਜ ਸਭ ਮਿਲੇਗਾ। ਪੀਰ ਨੇ ਪਤਾ ਕੀ ਮੰਗਿਆ? ਪੀਰ ਜੀ ਕਹਿੰਦੇ ਗੁਰੂ ਸਾਹਿਬ ਕੰਗਾ ਕਰਦੇ ਸੀ ਕੇਸਾਂ 'ਚ। ਆ ਕੇਸ 'ਚ ਕੰਗਾ
ਹਰਾ ਕੀਤਾ ਕੇਸਾਂ ਨੂੰ ਇੱਕ ਵਾਰੀ। ਮਹਾਰਾਜ ਨੂੰ ਕਹਿੰਦੇ ਆਹੀ ਦੇ ਦਿਓ ਬਸ, ਆ ਕੰਗਾ ਝੋਲੀ ਪਾ ਦਿਓ ਕੇਸਾਂ ਸਾਣੇ ਅੜੇ ਚੜੇ ਨੇ। ਮਹਾਰਾਜ ਚੁੱਪ ਹੋ ਗਏ। ਇਹ ਚੀਜ਼ ਤੇ ਦੇਣ ਵਾਲੀ ਨਹੀਂ ਹੈ। ਬਹੁਤ ਮਨ ਦੇ ਵਿੱਚ ਦੁਬਦਾ, ਇਹ ਕੀ ਮੰਗ ਲਿਆ, ਇਹ ਚੀਜ਼ ਥੋੜੀ। ਕਿੰਨਾ ਕੁਛ ਹੈ ਉਹਨਾਂ ਕੇਸਾਂ 'ਚ, ਗੁਰੂ ਸਾਹਿਬ ਦਾ DNA ਹੈ। ਤੁਸੀਂ ਧਿਆਨ ਨਾਲ ਦੇਖੋ, ਸੁਰਤ ਦੇਖੋ ਕੀ ਮੰਗ ਰਹੇ ਹੋ। ਕਿ ਸਰੀਰ ਦਾ ਅੰਗ ਹੈ ਕੇਸ, ਔਰ ਕੱਲਾ ਸਰੀਰ ਦਾ ਅੰਗ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਲਈ ਸਭ ਕੁਛ ਨੇ ਕੇਸ। ਕੇਸ ਗਾੜੀ ਬਣਾਤਾ, ਖੁਸ਼ੀ ਹੈ ਗੁਰੂ ਸਾਹਿਬ ਦੀ। ਕਹਿੰਦੇ ਤੁਸੀਂ ਕੱਲੀ ਖੁਸ਼ੀ ਨਹੀਂ ਲੈ ਲਈ, ਸਿੱਖੀ ਨਹੀਂ ਲੈ ਲਈ, ਕਹਿੰਦੇ ਅੱਜ ਗੁਰੂ ਦਾ ਸਾਰਾ ਸਰਮਾਇਆ ਤੁਸੀਂ ਮੰਗ ਲਿਆ। ਗੁਰੂ ਸਾਹਿਬ ਕਹਿੰਦੇ ਸਾਰਾ ਸਰਮਾਇਆ। ਗੁਰੂ ਸਾਹਿਬ ਨੇ ਵੀ ਉਪਦੇਸ਼ ਦਿੱਤਾ, ਜਿਹੜਾ ਬਾਣੀ ਪੜਨ ਵਾਲਾ ਗੁਰੂ ਕਾ ਸਿੱਖ ਹੈ, ਨਿਯਮ ਨਿਭਾਉਣ ਵਾਲਾ, ਜਿਸ ਥਾਂ ਤੇ ਉਹ ਆਪਣੇ ਕੇਸਾਂ ਨੂੰ ਹਰੇ ਕਰੇਗਾ, ਧੋਏਗਾ, ਜਿਸ ਘਰ ਦੇ ਵਿੱਚ ਉਹਦੇ ਕੇਸਾਂ ਨੂੰ ਲੱਗ ਕੇ ਪਾਣੀ ਡਿੱਗੇਗਾ, ਕਹਿੰਦੇ ਉਸ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਆਉਣਗੀਆਂ। ਐਡੀ ਦਾਤ ਹੈ ਕੇਸਾਂ ਦੇ ਵਿੱਚ। ਇਹ ਬਚਨ ਹੈ ਆਨੰਦਪੁਰ ਸਾਹਿਬ ਦੇ। ਪੀਰ ਬੁੱਧੂ ਸ਼ਾਹ ਘਰ ਪਹੁੰਚਿਆ, ਵੋਟੀ ਕਹਿੰਦੀ ਕੀ ਲਿਆਏ ਹੋ? ਕਹਿੰਦੇ ਮੈਂ ਸਰਮਾਇਆ ਲੈ ਕੇ ਆਇਆ ਸਾਰਾ। ਕਹਿੰਦੇ ਪਤਾ ਲੱਗ ਗਿਆ ਮੈਨੂੰ, ਪੁੱਤਰ ਨਹੀਂ ਆਏ ਮੇਰੇ ਵਾਪਸ, ਮੁਰੀਦ ਵਾਪਸ ਨਹੀਂ ਆਏ, ਭਤੀਜੇ ਨਹੀਂ ਆਏ, ਕਿਹੜਾ ਸਰਮਾਇਆ ਲਿਆਏ ਹੋ? ਸਾਰੀ ਰਾਤ ਰੋਂਦੀ ਰਹੀ, ਸਾਰਾ ਦਿਨ ਵਿਰਲਾਪ ਕਰਦੀ ਰਹੀ, ਬਹੁਤ ਮਨ ਦੀ ਭਿੱਜੀ ਹੋਈ ਸੀ, ਪਰ ਬੋਲੇ ਕਿਵੇਂ? ਆਖਰ ਇੱਕ ਦਾਨਿਸ਼ਮੰਦ ਪਰਿਵਾਰ ਦੀ ਉਹ ਬੇਗਮ ਹੈ, ਇੱਕ ਪੀਰ ਦੀ ਬੇਗਮ ਹੈ, ਉਹਨੂੰ ਮਰਿਆਦਾਵਾਂ ਦਾ ਪਤਾ ਹੈ, ਉਹਨੂੰ ਜ਼ੁਬਾਨ ਦਾ ਪਤਾ ਹੈ, ਪਰ ਚੁੱਪ ਕੀਤੀ ਰਹੀ, ਨਹੀਂ ਬੋਲੀ, ਰੋਂਦੀ ਰਹੀ। ਦੂਸਰੀ ਰਾਤ ਜਦੋਂ ਦੀ ਅੱਖ ਲੱਗੀ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਸੁਪਨੇ 'ਚ ਆਏ। ਆਓ ਸੁਭਾਗੀ ਨੀਂਦੜੀ। ਇਹ ਹੈ, ਇਹ ਸਿੱਖ ਇਤਿਹਾਸ ਹੈ। ਇਹ ਕਥਾ ਕਹਾਣੀਆਂ ਗੱਲਾਂ ਬਾਤਾਂ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਉਹਦੇ ਸੁਪਨੇ 'ਚ ਆਏ ਤੇ ਉਹਦੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੱਜੇ ਪਾਸੇ ਤੇ ਖੱਬੇ ਪਾਸੇ ਖੜਾ। ਕਹਿੰਦੇ ਤੇਰੇ ਪੁੱਤਰ ਮੇਰੇ ਕੋਲ ਨੇ, ਮੈਂ ਇਹਨਾਂ ਦੀ ਹਿਫਾਜ਼ਤ ਕਰਾਂਗਾ, ਮੇਰੇ ਕੋਲ ਅਮਾਨਤ ਦੀ ਤੌਰ ਨੇ, ਤੂੰ ਪਰਵਾਹ, ਤੂੰ ਫਿਕਰ ਨਹੀਂ ਕਰਨੀ, ਤੈਨੂੰ ਖੁਦਾ ਹੋਰ ਬਹੁਤ ਕੁਛ ਦੇਗਾ। ਉਸ ਦਿਨ ਤੋਂ ਬਾਅਦ ਪੀਰ ਬੁੱਧੂ ਸ਼ਾਹ ਦੀ ਬੇਗਮ ਨੇ ਕਦੀ ਵੀ ਰੋਸ ਨਹੀਂ ਕੀਤਾ। ਇਹ ਹੈ ਆਓ ਸੁਭਾਗੀ। ਜਿਸ ਰਾਤ ਨੂੰ ਗੁਰੂ ਦਾ ਸੁਪਨਾ ਆਏ, ਉਹ ਰਾਤ ਕੋਈ ਆਮ ਰਾਤ ਨਹੀਂ ਹੈ ਗੁਰੂ ਕੇ ਸਿੱਖੋ। ਜਿਸ ਰਾਤ ਨੂੰ ਗੁਰੂ ਬਾਣੀ ਚੇਤੇ ਆਏ, ਉਹ ਆਮ ਰਾਤ ਨਹੀਂ ਹੈ। ਉਸ ਰਾਤ ਤੋਂ ਬਾਅਦ ਗੁਰੂ ਕਾ ਸਿੱਖ ਅਗਲਾ ਦਿਨ ਸੰਭਾਲ ਲੇ। ਉਹ ਦਿਨ ਸੰਭਾਲਣਾ ਬੜਾ ਜ਼ਰੂਰੀ ਹੈ। ਰਾਤ ਸੰਭਲੀ ਹੋਈ ਹੈ, ਦਿਨ ਸੰਭਾਲਣਾ ਬੜਾ ਜ਼ਰੂਰੀ ਹੈ। ਉਸ ਰੂਪ ਦੇ ਵਿੱਚ ਸੇਵਕ ਹੋਏ ਮੁਰੀਦ, ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਸਤਿਗੁਰ ਜੀ ਭਲੀ ਕਰੇ। ਸਮਾਂ ਮੈਂ ਬਹੁਤ ਲੈ ਲਿਆ ਸ਼ਬਦ ਦੀ ਵਿਚਾਰ, ਇੱਥੇ ਹੀ ਸੰਕੋਚਦੇ ਹਾਂ, ਕਿਉਂਕਿ ਇਹ ਵਿਚਾਰਾਂ ਅਧਿਆਤਮ ਦੀਆਂ ਨੇ। ਔਰ ਇਹਨੂੰ ਭਾਵੇਂ ਕੋਈ ਕੁਛ ਵੀ ਕਹਿੰਦਾ ਰਹੇ, ਸਾਨੂੰ ਨੀਂਦ ਵੀ ਆਉਂਦੀ ਹੈ ਤੇ ਸਾਨੂੰ ਸੁਪਨੇ ਵੀ ਆਉਂਦੇ ਨੇ। ਨਾ ਅਸੀਂ ਨੀਂਦ ਤੋਂ ਮੁਨਕਰ ਹੋ ਸਕਦੇ ਹਾਂ ਤੇ ਨਾ ਅਸੀਂ ਸੁਪਨੇ ਤੋਂ ਮੁਨਕਰ ਹੋ ਸਕਦੇ ਹਾਂ। ਜੇ ਵਿਕਾਰਾਂ ਵਾਲੇ ਸੁਪਨੇ ਆਉਂਦੇ ਨੇ ਤੇ ਗੁਰੂ ਦੀ ਯਾਦ ਵਾਲੇ ਸੁਪਨੇ ਵੀ ਆ ਸਕਦੇ ਨੇ। ਇਹ ਹੈ ਆਓ ਸੁਭਾਗੀ ਨੀਂਦੜੀਏ। ਮਤ ਸ਼ਹੁ ਦੇਖਾਂ ਸੋਏ। ਮੈਂ ਕਿੱਥੇ ਗੁਰੂ ਦੇ ਦਰਸ਼ਨ ਕਰਾਂ, ਪ੍ਰਭੂ ਦੇ ਦਰਸ਼ਨ ਕਰਾਂ। ਮੈਨੂੰ ਮਾਫੀ ਬਖਸ਼ਿਓ। 10 ਮਿੰਟ ਆਪ ਸੰਗਤਾਂ ਦੇ ਵੱਧ ਲੈ ਲਏ, ਰਾਗੀ ਜਥੇ ਦੇ ਵੀ ਵੱਧ ਲੈ ਲਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ,
ਕਾਰਜੇ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ, ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ